संघर्ष चलते रहे ने, अज ही नहीं चले, बहुत देर तो चलते रहे हैं। साडियां मंगां जिहड़ियां ने वो समय समय बदलदियां रहियां ने, सरकारां ने कोई ध्यान नहीं दिता। और जिस तरीके नाल किसानी नूं यूज़ किया गया, जिस तरीके नाल ग्रीन रेवोल्यूशन तो लैके हुण तक दा विहार रहा सरकार दा कि अपना उल्लू सीधा कर लो तो बाकी जनता चाहे ठठेकू जाए, किस तरह की ये पॉलिसी सरकारां दी रही, सारिया सरकारां दा लगभग इक्को जिहा हाल रहा। हुण जदों किसान मोर्चा पूरे सिखर ते भखिया होया ते उहनूं फेल करन लई ਵੱਖ-ਵੱਖ तरह ਦੀਆਂ ਸਾਜ਼ਿਸ਼ਾਂ ਕੀਤੀਆਂ जा रही। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਥੇਬੰਦੀਆਂ ਬਹੁਤ ਨੇ, ਕਿਸਾਨਾਂ ਦੇ ਵਿੱਚ ਜਿਹੜਾ ਯੂਨਿਟੀ ਹੈ ਜਿਵੇਂ ਕਹਿ ਲਈਏ ਹਾਲਾਂਕਿ ਦਿਖ ਰਹੀ ਆ, ਕਿਉਂਕਿ ਸਾਰੇ ਦੇ ਅਲੱਗ-ਅਲੱਗ ਵਿਚਾਰਧਾਰਾ ਵਾਲੇ ਲੋਕ ਨੇ, पर एक प्लेटफॉर्म ते इकट्ठे हुए मिनिमम कोई चीज़ां लैके वो चले सीगे। पर हुण जदों 6 महीने का समा लंघ गया ते कई तरह दीयां सुरां सुननियां शुरू हो गईयां। ਉਹਦੇ ਵਿੱਚ ਜਿਵੇਂ ਪਹਿਲਾਂ सरकारी एजेंसियां ने ਜਾਂ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਨੇ ਇੱਕ ਬਖੇੜਾ ਸ਼ੁਰੂ ਕੀਤਾ ਸੀਗਾ कि खालिस्तान है, फिर सिख वर्सेस कामरेड मुद्दा बनाया गया, फिर नौजवान वर्सेस ਜਿਹੜੇ ਬਜ਼ੁਰਗ ਨੇ ਉਹਨਾਂ ਦਾ ਮੁੱਦਾ ਬਣਾਇਆ ਗਿਆ। सो ये सारे मुद्दे समय समय जिहड़े आ उन्हां ते मंथन हुंदा रहा, पर किसान मोर्चा निरंतर अपनी चाल चलदा रहा। पर कई दिनों तो देखण च आ रहा है कि जथेबंदियां दे विच भी हुण ओपनली बाहर आके जिहड़ा आ चैनल उन्हां ते स्टेटमेंट दे दित्ती जांदी आ, जिहड़ी कि किस्म दा जिहड़ा अनुशासन चल रहा सीगा उस तो बाद दी गल है। आपां काफ़ी सारियां गल्लां ने ओह करनियां ने कालू साहब नाल। सो पहलां उन्हां दा कर लईए स्वागत। प्रोफैसर साहब तुहाडा स्वागत है जी, जी आयां नूं प्रोग्राम च। प्रोफैसर साहब सब तो पहला तो मैं बेसिक तो शुरू करते हैं आप, फिर आने मोर्चे वाले पासे भी कि बेसिकली जिहड़ा भारत है समुचा भारत ਉਹਨੂੰ ਪਿੰਡਾਂ ਦਾ ਮੁਲਕ ਕਿਹਾ ਜਾਂਦਾ ਆ, और 70-75% आबादी सीधे तौर पर पिंडां नाल जुड़ी हुई आ। चाहे कोई समय के बदलाव नाल शहरां दे विच भी कुछ लोगों ने अपने ठिकाने बना लए, पर उन्हां दी आर्थिकता की हब जिहड़ी ओह पिंड ही ने किसी ना किसी तरीके। और 70-75% वसों नूं नाराज करके ये जिहड़ी सरकार है ये अपने आप नूं किस तरह डेमोक्रेटिक सरकार जिहड़ी आ कहा सकदी है, जिस तरह उन्हां दा वतीरा है ਉਹ ਤੋਂ ਨਜ਼ਰ ਇਹ ਆਉਂਦਾ ਕਿ ਉਹਨਾਂ ਨੂੰ ਕਿਸੇ ਦੀ ਕੋਈ ਪਰਵਾਹ ਨਹੀਂ। ਤੇ ਉਹ ਤੋਂ ਵੀ ਪਹਿਲਾਂ ਮੈਂ ਥੋੜੀ ਸੰਵੇਦਨਾ ਪ੍ਰਗਟ ਕਰਨੀ ਚਾਹੁੰਦਾ, ਬਹੁਤ ਸਾਰੇ ਨਾਮੀ ਲੋਕ ਜਿਹੜੇ ਨੇ ਉਹ ਇਸ ਕੋਵਿਡ ਦੀ ਭੇਟ ਚੜ੍ਹ ਰਹੇ ਨੇ। ਅਭੈ ਸਿੰਘ ਸੰਧੂ ਉਹਨਾਂ ਦੀ ਖਬਰ ਆ ਗਈ ਹੈ, ਸ਼ਹੀਦ ਭਗਤ ਸਿੰਘ ਦੇ ਭਤੀਜੇ ਦੀ, ਕੱਲ ਜਰਨੈਲ ਸਿੰਘ ਉਹਨਾਂ ਦੀ ਖਬਰ ਆਈ, ਔਰ ਅਨੇਕਾਂ ਹੀ ਹੋਰ ਜਿਹੜੀਆਂ ਜਾਣੀਆਂ ਪਛਾਣੀਆਂ ਹਸਤੀਆਂ ਨੇ ਉਹ ਇਹਦੀ ਭੇਟ ਚੜ੍ਹਦੀਆਂ ਨੇ। ਆਮ ਸਧਾਰਨ ਬੰਦਿਆਂ ਦਾ ਤੇ ਨਾਂ ਤੇ ਹੀ ਨਹੀਂ ਕਿਤੇ ਆਉਂਦਾ। ਜੇ ਕੋਈ ਜਾਣਕਾਰ ਇੱਕਾ ਦੁੱਕਾ ਜਾਣਕਾਰੀ ਚ ਹੁੰਦੇ ਲੋਕ ਤੇ ਉਹਨਾਂ ਦੀ ਖਬਰ ਸਾਹਮਣੇ ਆਉਂਦੀ ਆ। ਮੈਨੂੰ ਇਦਾਂ ਲੱਗਦਾ ਪ੍ਰੋਫੈਸਰ ਮੈਂ ਗਲਤ ਨਾ ਹੋਵਾਂ, ਬਹੁਤ ਸਾਰੀਆਂ ਮੌਤਾਂ ਹੋਈਆਂ ਸੀ ਅਮਰੀਕਾ 'ਚ, ਦੁਨੀਆ ਭਰ 'ਚ ਹੋਈਆਂ ਨੇ, ਪਰ ਜਿਹੜੇ ਕੋਈ ਵੱਡੇ ਨਾਮੀ ਲੋਕ ਨੇ ਜ਼ਿਆਦਾਤਰ ਜਿਵੇਂ ਆਪਾਂ ਇੱਥੇ ਕਹਿੰਦੇ ਹਾਂ ਇੱਥੇ ਮੌਤਾਂ ਦੀ ਗਿਣਤੀ ਵਧੇਰੇ ਕਰ 올ਡ ਏਜ ਲੋਕਾਂ ਦੀ ਹੋਈ, ਅਮਰੀਕਾ 'ਚ 올ਡ ਏਜ ਕੇਅਰ ਹੋਮ ਜਿਹੜੇ ਸੀ ਉਹਨਾਂ 'ਚ ਹੋਈ ਜਾਂ ਇੱਦਾਂ ਹੋਈ। ਪਰ ਕੀ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਕੋਈ ਮਤਲਬ ਉੱਥੇ ਲੋਕਾਂ ਕੋਲ ਪੈਸਾ ਵੀ ਆ, ਉਹਨਾਂ ਦਾ ਨਾਮ ਵੀ ਆ, ਉਹਨਾਂ ਦੀ ਪਛਾਣ ਵੀ ਆ, ਪਰ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ। ਜਰਨੈਲ ਸਿੰਘ ਦਾ ਇੱਕ ਟਵੀਟ ਨਜ਼ਰ ਆ ਰਿਹਾ, ਉਹ ਕਹਿ ਰਹੇ ਨੇ ਕਿ ਮੈਨੂੰ ਬੈੱਡ ਦੀ ਜ਼ਰੂਰਤ ਆ, ਮੈਨੂੰ ਸਾਹ ਲੈਣ 'ਚ ਤਕਲੀਫ ਹੋ ਰਹੀ ਆ, ਮੈਨੂੰ ਆਕਸੀਜਨ ਦੀ ਜ਼ਰੂਰਤ ਆ, ਪਲੀਜ਼ ਹੈਲਪ। ਇੱਕ ਵਿਅਕਤੀ ਜਿਹਦਾ ਇੰਨਾ ਨਾਂ ਹੋਵੇ, ਜਰਨਲਿਸਟ ਰਿਹਾ ਹੋਵੇ, ਇੱਕ ਪੋਲੀਟੀਕਲ ਪਾਰਟੀ ਵੱਲੋਂ 2 ਇਲੈਕਸ਼ਨਾਂ ਲੜਿਆ ਹੋਵੇ, MLA ਰਿਹਾ ਹੋਵੇ, ਜਿੱਤਿਆ ਵੀ ਹੋਵੇ, ਔਰ ਉਹਨੂੰ ਬਹੁਤ ਵੱਡੇ ਪੱਧਰ ਤੇ ਉਹਨੂੰ ਜਿਸ ਤਰ੍ਹਾਂ ਮੈਂ ਕਹੂੰਗਾ ਇਸਤੇਮਾਲ ਕੀਤਾ ਗਿਆ ਉਸ ਵਿਅਕਤੀ ਨੂੰ, ਤੇ ਇਸ ਵੇਲੇ ਦੀ ਬਾਂਹ ਫੜਨ ਵਾਲਾ ਕੋਈ ਅੱਗੇ ਨਹੀਂ ਆਇਆ। ਇਹ ਜਿਹੜੀਆਂ ਘਟਨਾਵਾਂ ਨੇ ਪਹਿਲਾਂ ਇੱਥੇ ਥੋੜ੍ਹੀ ਜਿਹੀ ਆਪਾਂ ਆਪਣੀ टीवी चैनल वालों ते अपने परिवार वालों हमदर्दी का प्रगटावा करना चाह रहे सीगे, ते वो जरूर मैं चाहूँगा कि तुसीं इहदे लई 2 शब्द कहो। ਅਸੀਂ ਦੇਖੋ ਜੀ ਉਹਨਾਂ ਨੂੰ ਅਕੀਦਤ ਪੇਸ਼ ਕਰਦੇ ਹਾਂ, ਅਭੈ ਸਿੰਘ ਸੰਧੂ ਨੂੰ ਵੀ, ਜਰਨੈਲ ਸਿੰਘ ਨੂੰ ਵੀ। ਤੁਸੀਂ ਬਿਲਕੁਲ ਸਹੀ ਗੱਲ ਕਹੀ ਹੈਗੀ ਆ ਕਿ ਹੁਣ ਅੱਗੇ ਤਾਂ ਇਹ ਸੀਗਾ ਕਿ ਵੀ ਗਰੀਬ ਜਿਹੜਾ ਜੀ ਉਹ ਇਲਾਜ ਦੀ ਪਹੁੰਚ ਨਹੀਂ ਹੈ, ਉਹ ਕੀ ਕਰੇਗਾ। ਪਰੰਤੂ ਇਹ ਜਿਹੜਾ MLA ਵੀ ਰਿਹਾ ਔਰ ਇੱਕ ਸੈਲੀਬ੍ਰਿਟੀ ਹਸਤੀ ਬਣ ਗਿਆ ਸੀਗਾ ਜਦੋਂ ਇਹਨੇ ਚਿਦੰਬਰਮ ਵੱਲ ਜੁੱਤੀ ਸੁੱਟੀ ਸੀਗੀ, ਉਦੋਂ ਤੋਂ ਲੈ ਕੇ ਤੇ ਇਹ ਨਿਊਜ਼ ਦੇ ਵਿੱਚ ਸੀਗਾ। ਫਿਰ MLA ਵੀ ਰਿਹਾ, 2 ਵਾਰੀ ਫੋਨ ਲੜੀ ਬਾਦਲ ਔਰ ਅਮਰਿੰਦਰ ਸਿੰਘ ਉਹਨਾਂ ਦੇ ਖਿਲਾਫ ਵੀ। ਔਰ ਅਭੈ ਸਿੰਘ ਸੰਧੂ ਜਿਹੜੇ ਆ ਇਹ ਨਾ ਕੇਵਲ ਭਗਤ ਸਿੰਘ, ਸ਼ਹੀਦ ਭਗਤ ਸਿੰਘ ਦੇ ਪਰਿਵਾਰ ਨਾਲ ਸੰਬੰਧਿਤ ਸੀਗੇ, ਉਹਨਾਂ ਦੇ ਭਤੀਜੇ ਸੀਗੇ, ਇਹ ਐਕਟਿਵਿਸਟ ਵੀ ਸੀਗੇ। ਤੁਹਾਨੂੰ ਯਾਦ ਹੋਣਾ ਕਿ ਜਦੋਂ ਮਨਪ੍ਰੀਤ ਬਾਦਲ ਹੋਰਾਂ ਨੇ
ਪੀਪਲਜ਼ ਪਾਰਟੀ ਆਫ ਪੰਜਾਬ ਬਣਾਈ ਸੀਗੀ ਤੇ ਉਦੋਂ ਇਹਨਾਂ ਨੇ ਚੋਣ ਵੀ ਲੜੀ ਸੀਗੀ ਔਰ ਅਸੀਂ ਉਹਨਾਂ ਨੂੰ ਆਪਣੀ ਅਕੀਦਤ ਸ਼ਰਧਾਂਜਲੀ ਭੇਟ ਕਰਦੇ ਹੋਏ ਨਾਲ ਵੀ ਮਹਿਸੂਸ ਕਰਦੇ ਹਾਂ ਕਿ ਤੁਹਾਨੂੰ ਯਾਦ ਹੋਣਾ ਗਿੱਲ ਸਾਹਿਬ ਕਿ ਹੋਪਾ ਜਿਹੜੀ ਸੈਕੰਡ ਵੇਵ ਆਈ ਹੈ ਨਾ ਪਿਛਲੇ ਸਾਲ ਇੱਕ ਬਹੁਤ ਨਾਮੀ ਜਿਹੜੀ ਪੰਥਕ ਹਸਤੀ ਸੀਗੀ ਨਿਰਮਲ ਸਿੰਘ ਪੁਰੀ ਉਹਨਾਂ ਦਾ ਮਤਲਬ ਕਿਵੇਂ ਹੋਇਆ ਸੀਗਾ ਔਰ ਇੱਥੋਂ ਤੱਕ ਕਿ ਉਹਨਾਂ ਨੂੰ ਮੁੜ ਕੇ ਫਿਰ ਸੰਸਕਾਰ ਲਈ ਥਾਂ ਨਹੀਂ ਮਿਲਿਆ ਸੀਗਾ ਤੇ ਇਹ ਜਿਹੜੀ ਚੀਜ਼ ਹੈਗੀ ਇਹ ਸਾਡੇ ਸਿਸਟਮ ਦਾ ਕਸੂਰ ਆ ਸਾਡੀ ਗਵਰਨਮੈਂਟ ਦਾ ਕਸੂਰ ਆ ਕਿ ਉਹਨਾਂ ਨੇ ਕੋਈ ਪ੍ਰਬੰਧ ਨਹੀਂ ਕੀਤਾ ਉਹਨਾਂ ਨੇ ਕੋਈ ਲੈਸਨ ਨਹੀਂ ਸਿੱਖਿਆ ਇੱਕ ਤਾਂ ਹੁੰਦਾ ਨਾ ਕੋਈ ਚੇਤਾਵਨੀ ਤੋਂ ਉਦੋਂ ਸਿੱਖ ਲੈਣਾ ਉਹਨਾਂ ਤੋਂ ਮੈਂ ਸਿੱਖਿਆ ਤੇ ਆਪਣੇ ਤਜਰਬੇ ਤੋਂ ਨਹੀਂ ਸਿੱਖਿਆ ਹੈਗਾ ਤੇ ਜਿਹਦੇ ਵਿੱਚ ਜਿਵੇਂ ਆਪਾਂ ਅੱਗੇ ਵੀ ਗੱਲਾਂ ਕਰਦੇ ਰਹੇ ਹਾਂ ਅਸਲ ਦੇ ਵਿੱਚ ਭਾਰਤ ਸਰਕਾਰ ਦੀਆਂ ਜਿਹੜੀਆਂ ਤਰਜੀਹਾਂ ਆ ਜਿਹੜੀਆਂ ਪ੍ਰਾਇਓਰਟੀਜ਼ ਆ ਉਹ ਆਪਣੇ ਦੇਸ਼ ਦੇ ਲੋਕਾਂ ਬਾਰੇ ਸੋਚਣਾ ਉਹਨਾਂ ਦੀ ਸਿਹਤ ਬਾਰੇ ਸੋਚਣਾ ਉਹਨਾਂ ਦੀ ਜਾਨ ਮਾਲ ਬਾਰੇ ਸੋਚਣਾ ਇਹ ਅਸਲ 'ਚ ਪ੍ਰਾਇਓਰਟੀ ਰਹੀ ਨਹੀਂ ਜਿਹੜੀ ਤਰਜੀਹ ਆ ਉਹ ਇਹ ਬਣ ਗਈ ਕਿ ਅਸੀਂ ਸਾਰੇ ਭਾਰਤ ਦੇ ਉੱਤੇ ਸਾਰੇ ਰਾਜਾਂ ਦੇ ਉੱਤੇ ਆਪਣਾ ਰਾਜ ਕਿਵੇਂ ਕਾਇਮ ਕਰ ਲਈਏ ਤੇ ਮੈਂ ਸਮਝਦਾ ਵੀ ਇਹ ਵੀ ਇਸ ਗੱਲ ਦਾ ਨਤੀਜਾ ਆ ਕਿ ਅਸੀਂ ਐਡੀਆਂ ਕੀਮਤੀ ਹਸਤੀਆਂ ਜਿਹੜੀਆਂ ਆ ਉਹ ਗਵਾ ਰਹੀਆਂ ਜੀ। ਪ੍ਰੋਫੈਸਰ ਸਾਹਿਬ ਕਿਸਾਨ ਮੋਰਚੇ ਵਾਲੇ ਪਾਸੇ ਆਉਣੇ ਆਪਾਂ ਅਫਸੋਸ ਹੀ ਪ੍ਰਗਟ ਕਰ ਸਕਦੇ ਆ ਆਪਣੇ ਹੱਥ ਵਾਸ ਕੁਛ ਨਹੀਂ ਹੈ ਸਿਰਫ ਸੰਵੇਦਨਾ ਹੀ ਉਹਨਾਂ ਲੋਕਾਂ ਨਾਲ ਪ੍ਰਗਟ ਕਰ ਸਕਦੇ ਆ ਉਮੀਦ ਕਰ ਸਕਦੇ ਆ ਕਿ ਇਹ ਸਿਸਟਮ ਜਿਹੜਾ ਵਾ ਇਹ ਲੋਕ ਲੋਕ ਵੀ ਸਭ ਸਿੱਖਣਗੇ ਤੇ ਉੱਥੋਂ ਦੀ ਹਕੂਮਤ ਜਿਹੜੀ ਆ ਉਹਨੂੰ ਵੀ ਜ਼ਰੂਰ ਝਟਕਾ ਲੱਗੇਗਾ ਕਿ ਇਸ ਤਰੀਕੇ ਨਾਲ ਦੇਸ਼ ਨਹੀਂ ਚੱਲਿਆ ਕਰਦੇ ਜਿਸ ਤਰੀਕੇ ਨਾਲ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਮੈਂ ਗੱਲ ਕਰਨੀ ਚਾਹ ਰਿਹਾ ਸੀ ਅੱਜ ਦਾ ਵਿਸ਼ਾ ਆਪਾਂ ਰੱਖਿਆ ਸੀ ਕਿਸਾਨ ਅੰਦੋਲਨ ਆਪਾਂ ਪ੍ਰਸਾਦ ਜਿਹੜੇ ਜਥੇਬੰਦਕ ਢਾਂਚਾ ਹੁੰਦਾ ਕਿਸੇ ਯੂਨੀਅਨ ਦਾ ਤੁਸੀਂ ਯੂਨੀਅਨਾਂ ਨਾਲ ਵਾਬਸਤਾ ਰਹੇ ਹੋ ਸਾਰੀ ਉਮਰ ਕੰਮ ਕੀਤਾ ਹੈ ਤੇ ਜਿਨ੍ਹਾਂ ਨੂੰ ਕਿਹਾ ਜਾਂਦਾ ਕਿ ਇਹ ਜਿਹੜਾ ਆ ਗੈਰ ਜਥੇਬੰਦਕ ਲੋਕ ਨੇ ਉਹਨਾਂ 'ਚ ਕਿਸਾਨ ਭਾਰਤ ਵਿੱਚ ਸਭ ਤੋਂ ਵੱਡੀ ਗਿਣਤੀ 'ਚ ਆ ਹਾਲਾਂਕਿ ਪਿਛਲੇ ਸਮੇਂ ਤੋਂ ਜਦੋਂ ਤੋਂ ਆਪਾਂ ਹੋਸ਼ ਸੰਭਾਲੀ ਆ ਜਾਂ ਛੋਟੂ ਰਾਮਣਾ ਦੇ ਵੇਲੇ ਦੇ ਕੰਮ ਜ਼ਰੂਰ ਆਪਾਂ ਨੋਟਿਸ ਕੀਤਾ ਕਿ ਉਸ ਵੇਲੇ ਵੀ ਇਦਾਂ ਦਾ ਹੁੰਦਾ ਸੀਗਾ ਹੜਤਾਲਾਂ ਵਗੈਰਾ ਚੱਲਦੀਆਂ ਰਹੀਆਂ ਪਰ ਉਹਨਾਂ ਦੇ ਤੋਂ ਨਿੱਕੀ ਮੋਟੀ ਜਿੱਤ ਪ੍ਰਾਪਤ ਕਰ ਲਈ ਮੋਗੇ ਦਾ ਮੋਰਚਾ ਹਰਸਾ ਸ਼ੀਨਾ ਵਾਲਾ ਯਾਦ ਕਰ ਲਈਏ ਜਾਂ ਉਸ ਤੋਂ ਵੀ ਪਹਿਲਾਂ ਅੰਗਰੇਜ਼ਾਂ ਦੇ ਵੇਲੇ ਪਗੜੀ ਸੰਭਾਲ ਜੱਟਾਂ ਵਾਲਾ ਮੋਰਚਾ ਕਰ ਲਈਏ ਜਾਂ ਪ੍ਰਜਾ ਮੰਡਲ ਦੀ ਲਹਿਰ ਜਿਹੜੀ ਚੱਲੀ ਸੀ ਉਹਨੂੰ ਯਾਦ ਕਰ ਲਈਏ ਜਾਂ ਇਦਾਂ ਦੇ ਕੁਝ ਹੋਰ ਮੋਰਚੇ ਲਗਾਤਾਰ ਲੱਗਦੇ ਰਹੇ ਆ ਪਰ ਕਿਸੇ ਨਾ ਕਿਸੇ ਕਾਰਨ ਸਿਸਟਮ ਨੇ ਇਹ ਨਹੀਂ ਚਾਹਿਆ ਕਿ ਇਹ ਲੋਕ ਜਿਹੜੇ ਆ ਉਹ ਇੱਕ ਮਾਲਾ 'ਚ ਪੋਏ ਜਾ ਸਕਣ ਯਾਨੀ ਕਿ ਇੱਕ ਤਰ੍ਹਾਂ ਜਥੇਬੰਦਕ ਤੌਰ ਤੇ ਅੱਗੇ ਆ ਕੇ ਆਪਣੀਆਂ ਮੰਗਾਂ ਬਣਾ ਸਕਣ ਛੋਟਾ ਮੋਟਾ ਕੋਈ ਮਸਲਾ ਹੁੰਦਾ ਸੀਗਾ ਤਹਿਸੀਲ ਪੱਧਰ ਤੇ ਜ਼ਿਲ੍ਹੇ ਪੱਧਰ ਤੇ ਪਿੰਡ ਪੱਧਰ ਤੇ ਛੋਟੀ ਮੋਟੀ ਐਜੀਟੇਸ਼ਨ ਹੁੰਦੀ ਸੀ ਫਿਰ ਉਹ ਅਦਬ ਜਾਦੋ ਦਾ ਮੰਨ ਲਿਆ ਜਾਂਦਾ ਸੀ ਪਰ ਏਡਾ ਵੱਡਾ ਮੋਰਚਾ ਪਹਿਲੀ ਵਾਰ ਲੱਗਿਆ ਤੇ ਤੁਸੀਂ ਕੀ ਸਮਝਦੇ ਹੋ ਪਹਿਲਾਂ ਇਹ ਗੱਲ ਕਰੀਏ ਕਿ ਜੇ ਬਾਕੀ ਮਤਲਬ ਜਿੱਦਾਂ ਟ੍ਰੇਡ ਯੂਨੀਅਨ ਮੁਲਾਜ਼ਮਾਂ ਦੀਆਂ ਨੇ ਆਪਾਂ ਅੱਗੇ ਵੀ ਗੱਲ ਕਰਦੇ ਰਹੇ ਆ ਮਜ਼ਦੂਰਾਂ 'ਚ ਵੀ ਕੁਝ ਲੋਕਾਂ ਨੇ ਜਿੱਦਾਂ ਕੰਮ ਕੀਤਾ ਲੈਫਟ ਵਾਲਿਆਂ ਨੇ ਕੰਮ ਕੀਤਾ ਵੈਸੇ ਹਰ ਇੱਕ ਪਾਰਟੀ ਦੀਆਂ ਜਥੇਬੰਦੀਆਂ ਹੈਗੀਆਂ ਨੇ ਸਟੂਡੈਂਟ ਨੂੰ ਇਕੱਠੇ ਕਰਨ ਲਈ ਕੰਮ ਕੀਤਾ ਭਾਵੇਂ ਉਹ ਵੀ ਅਲੱਗ-ਅਲੱਗ ਤੌਰ ਤਰੀਕਿਆਂ ਨਾਲ ਹੋਇਆ ਪਰ ਕਿਸਾਨਾਂ ਦੇ ਵਿੱਚ ਕੋਈ ਜਥੇਬੰਦਕ ਢਾਂਚਾ ਉਸਾਰਨ ਲਈ ਕਿਉਂ ਨਹੀਂ ਸੋਚਿਆ ਗਿਆ ਸਾਡੇ ਮਤਲਬ ਕਿਉਂ ਇਦਾਂ ਦੀ ਲੀਡਰਸ਼ਿਪ ਕਿਸਾਨੀ ਲਈ ਪੈਦਾ ਨਹੀਂ ਹੋਈ ਜਿਹਨੇ ਜਿਹੜੀ ਲੁੱਟ-ਖਸੁੱਟ ਕਿਸਾਨੀ ਦੀ ਸਦੀਆਂ ਤੋਂ ਹੁੰਦੀ ਆ ਰਹੀ ਹੈ ਧਨੀ ਰਾਮ ਚਾਤਰ ਘਰਾਣੋਂ ਪੜ੍ਹ ਲਈਏ ਤੇ ਉਹਨਾਂ ਨੇ ਵੀ ਕਿਸਾਨ ਬਾਰੇ ਇਹੀ ਲਿਖਿਆ ਕਿ ਤੇਰਾ ਕੋਈ ਮੀਤ ਨਹੀਂ ਆ ਸਾਰੇ ਤੇਰਾ ਲਹੂ ਪੀਣ ਨੂੰ ਤਿਆਰ ਬੈਠੇ ਆ ਤੇ ਕੀ ਵਜ੍ਹਾ ਹੈ ਕਿ ਆਪਾਂ ਸਦੀਆਂ ਪੁਰਾਣੀਆਂ ਗੱਲਾਂ ਕਰਦੇ ਆ ਪਰ ਕਿਸਾਨਾਂ ਦੀਆਂ ਜਿਹੜੀਆਂ ਕੋਈ ਜਥੇਬੰਦਕ ਢਾਂਚਾ ਨਹੀਂ ਉਸਰਿਆ ਜਿਹੜਾ ਕਿ ਇਹਨਾਂ ਸਰਕਾਰਾਂ ਨੂੰ ਜਾਂ ਸਿਸਟਮ ਨੂੰ ਮਜਬੂਰ ਕਰ ਸਕੇ ਕਿ ਭਾਈ ਅਸੀਂ ਵੀ ਸ਼ਾਨ ਨਾਲ ਇੱਜ਼ਤ ਨਾਲ ਜੀਣਾ ਚਾਹੁੰਦੇ ਆ ਅਸੀਂ ਦੂਜਿਆਂ ਨੂੰ ਜਿਹੜੇ ਜੀਵਨ ਦੇ ਸਾਧਨ ਮੁਹੱਈਆ ਕਰਾ ਰਹੇ ਆ ਪਰ ਸਾਨੂੰ ਜਿਹੜੀ ਸਾਡੀ ਜ਼ਿੰਦਗੀ ਆ ਉਹਨੂੰ ਕਿਉਂ ਨਰਕ ਬਣਾਇਆ ਹੋਇਆ ਗੱਲ ਸਰ ਤੁਸੀਂ ਠੀਕ ਕਿਹਾ ਹੈਗਾ ਜਿਹੜੇ ਕਿਸਾਨ ਆ ਇਹਨਾਂ ਨੂੰ ਜਥੇਬੰਦ ਕਰਨ ਦੇ ਵਿੱਚ ਸਭ ਤੋਂ ਪਹਿਲਾਂ ਕਮਿਊਨਿਸਟਾਂ ਨੇ ਹਿੱਸਾ ਪਾਇਆ ਉਹਨਾਂ ਨੇ ਆਲ ਇੰਡੀਆ ਕਿਸਾਨ ਸਭਾ ਦਾ ਗਠਨ ਕੀਤਾ ਔਰ ਉਹਦੇ ਲਈ ਕਿਸਾਨਾਂ ਦੀ ਉਹਨਾਂ ਨੇ ਦਾਇ ਫਾਈਟ ਵੀ ਕੀਤਾ ਪਰ ਉੱਥੇ ਮੁਸ਼ਕਲ ਇਹ ਰਹੀ ਕਿ ਉਹ ਇੱਕ ਇੰਡੀਪੈਂਡੈਂਟ ਕਿਸਾਨ ਆਰਗੇਨਾਈਜੇਸ਼ਨ ਨਾ ਬਣ ਸਕੀ ਉਹ ਕੇਵਲ ਇੱਕ ਪਾਰਟੀ ਦਾ ਵਿੰਗ ਸਮਝਿਆ
ਵਿੱਚ ਜੇ ਪੰਜਾਬ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਅਕਾਲੀ ਦਲ ਨੇ ਵੀ ਕੋਈ ਕਿਸਾਨਾਂ ਨੂੰ ਜਥੇਬੰਦ ਨਹੀਂ ਕੀਤਾ। ਇੱਕ ਕਿਸਾਨ ਵਿੰਗ ਬਣਾ ਲੈਣਾ, ਇੱਕ ਬੰਦੇ ਨੂੰ ਨੋਮੀਨੇਟ ਕਰ ਦੇਣਾ ਕੋਈ ਜਥੇਬੰਦੀ ਦੀ। ਇਸੇ ਤਰ੍ਹਾਂ ਕਾਂਗਰਸ ਦਾ ਵੀ ਹਾਲ ਇਹੀ ਸੀਗਾ। ਤੇ 70ਵਿਆਂ ਤੋਂ ਬਾਅਦ ਜਿਹੜੇ ਜਦੋਂ ਨਕਸਲਾਈਟ ਮੂਵਮੈਂਟ ਜਿਹੜੀ ਆ ਉਹ ਮੈਦਾਨ 'ਚ ਆਈ ਹੈਗੀ ਆ, ਫਿਰ ਵੱਖ-ਵੱਖ ਜਿਹੜੀਆਂ ਧਿਰਾਂ ਸੀਗੀਆਂ ਉਹਨਾਂ ਨੇ ਕਿਸਾਨ ਵਿੰਗ ਜਿਹੜੇ ਆ ਆਰਗੇਨਾਈਜ਼ ਕਰਨ ਦਾ ਯਤਨ ਕੀਤਾ। ਪਰ ਉਹ ਇੱਕ ਸੈਕਸ਼ਨਲ ਸਮਝੋ ਵੀ ਉਹਨਾਂ ਦੇ ਇੱਕ ਸੈਕਸ਼ਨ ਦੀ ਆਰਗੇਨਾਈਜੇਸ਼ਨ ਹੀ ਬਣੀ, ਓਵਰਆਲ ਕਿਸਾਨਾਂ ਦੀ ਜਥੇਬੰਦੀ ਨਾ ਬਣ ਸਕੀ। ਔਰ ਇਹਦੇ ਵਿੱਚ ਪੋਲੀਟੀਕਲ ਪਾਰਟੀਆਂ ਜਿਹੜੀਆਂ ਆ ਉਹ ਵੀ ਕਿਸਾਨਾਂ ਨੂੰ ਉਹਨਾਂ ਮਹੱਤਵ ਨਹੀਂ ਦਿੰਦੀਆਂ ਰਹੀਆਂ। ਯਾਨੀ ਇੱਦਾਂ ਸਮਝ ਲਓ ਵੀ ਤੇਰਾ ਕੌਣ ਵਿਚਾਰਨ ਵਾਲੀ ਗੱਲ ਹੀ ਹੋਈ ਵੀ ਇਹਨਾਂ ਦਾ ਕੋਈ ਵੀ ਵਾਦੀ ਵਾਰਸ ਨਹੀਂ ਹੈ। ਤੇ ਫਾਰਮਲੀ ਕਹਿ ਲਓ, ਰਸਮੀ ਤੌਰ ਦੇ ਉੱਤੇ ਕਿ ਜਿਨਸਾਂ ਦੇ ਭਾਅ ਮਿਲ ਜਾਣ ਜੀ, ਗੰਨੇ ਦੀ ਕੀਮਤ ਮਿਲ ਜਾਵੇ ਜੀ, ਕੋਈ ਹੜ੍ਹ ਆ ਗਿਆ, ਮੀਂਹ ਪੈ ਗਿਆ, ਉਹਦਾ ਮੁਆਵਜ਼ਾ ਮਿਲ ਜਾਵੇ, ਇਸ ਹੱਦ ਤੱਕ ਹੀ ਜਿਹੜੀ ਆ ਉਹ ਸੀਮਤ ਰਹੀਆਂ ਉਹਦੀ ਆਰਗੇਨਾਈਜੇਸ਼ਨਾਂ। ਤੇ ਇਸ ਕਰਕੇ ਇਹਨਾਂ ਦਾ ਕੋਈ ਵਿਚਾਰਾ ਹੈ ਨਹੀਂ ਸੀਗਾ, ਇਹਨਾਂ ਦੀ ਬਾਂਹ ਫੜਨ ਵਾਲਾ ਕੋਈ ਨਹੀਂ ਸੀਗਾ। ਤੇ ਇਹਦੇ ਵਿੱਚ ਆਲ ਇੰਡੀਆ ਪੱਧਰ ਦੇ ਉੱਤੇ ਭਾਰਤੀ ਕਿਸਾਨ ਯੂਨੀਅਨ ਬਣੀ, ਉੱਧਰ ਮਹਾਰਾਸ਼ਟਰ ਦੇ ਵਿੱਚ ਇੱਕ ਆਰਗੇਨਾਈਜੇਸ਼ਨ ਬਣੀ। ਤੇ ਇਹਦੇ ਵਿੱਚ ਜਿਹੜੇ ਟਕੈਤ ਸਾਹਿਬ ਆ, ਇਹਨਾਂ ਦੇ ਬੇਟੇ ਹੁਣ ਰਕੇਸ਼ ਟਕੈਤ, ਰਵਿੰਦਰ ਸਿੰਘ ਟਕੈਤ, ਉਹਨਾਂ ਨੇ ਵੈਸਟਰਨ ਯੂਪੀ ਦੇ ਵਿੱਚ ਇੱਕ ਬਹੁਤ ਵੱਡੀ ਆਰਗੇਨਾਈਜੇਸ਼ਨ ਜਿਹੜੀ ਆ ਉਹ ਸਾਰ ਲਈ ਸੀਗੀ, ਜਿਹਨੇ ਬਹੁਤ ਵੱਡਾ ਇੱਕ ਡੈਮੋਨਸਟ੍ਰੇਸ਼ਨ ਜਿਹੜਾ ਉਹ ਦਿੱਲੀ ਵਿੱਚ ਵੀ ਕੀਤਾ ਸੀਗਾ। ਪਰ ਇਹ ਹੁਣ ਜਿਹੜਾ ਹੋਣ ਵਾਲਾ ਕਿਸਾਨ ਮੋਰਚਾ ਹੈ ਨਾ, ਇਹ ਇੱਕ ਲੋੜ ਵਿੱਚੋਂ ਨਿਕਲੀ ਹੋਈ, ਤਜਰਬੇ ਵਿੱਚੋਂ ਨਿਕਲੀ ਹੋਈ ਜਥੇਬੰਦੀ ਆ, ਜਿਹੜੀ ਕੋਆਰਡੀਨੇਸ਼ਨ ਹੈ ਵੱਖਰੀਆਂ ਵੱਖਰੀਆਂ ਆਰਗੇਨਾਈਜੇਸ਼ਨਾਂ ਦੀ, ਜਿਹੜੀਆਂ ਪਹਿਲਾਂ 8 ਸੀਗੀਆਂ, ਫਿਰ 11 ਹੋਈਆਂ, ਹੁਣ 32 ਆ, 32 ਤੋਂ ਵੀ 40 ਆ, 40 ਤੋਂ ਵੀ ਗਾਂਹ ਵੱਧ ਕੇ ਕਾਫੀ ਵੱਡੀ ਜਿਹੜੀ ਹੋ ਗਈ ਆ। ਤੇ ਇਹ ਇੱਕ ਵਿਲੱਖਣ ਕਿਸਾਨ ਅੰਦੋਲਨ ਇਸ ਤਰੀਕੇ ਨਾਲ ਆ ਕਿ ਇਹਨਾਂ ਨੇ ਇਹ ਸਬਕ ਸਿੱਖ ਲਿਆ। ਜਿੱਦਾਂ ਤੁਸੀਂ ਕਿਹਾ ਵੀ ਕੋਈ ਇੱਕ ਜ਼ਿਲ੍ਹੇ ਦੀ ਮੰਗ ਆ, ਕੋਈ ਇਲਾਕੇ ਦੀ ਮੰਗ ਆ, ਕੋਈ ਪਿੰਡ ਦੀ ਮੰਗ ਆ, ਵੀ ਉਹਦੇ ਉੱਤੇ ਥੋੜ੍ਹੀ ਦੇਰ ਲੜ ਲਿਆ ਤੇ ਮੁੜ ਕੇ ਚੁੱਪ, ਜਾਂ ਕਦੇ ਕਦਾਈ ਕਿਤੇ ਕੋਈ ਰਾਜਧਾਨੀ ਦੇ ਵਿੱਚ ਮੁਜ਼ਾਹਰਾ ਕਰ ਲਿਆ, ਮੁਜ਼ਾਹਰੇ ਤੇ ਲਾਠੀਚਾਰਜ ਹੋ ਗਿਆ, ਕੁਝ ਬੰਦੇ ਫੜੇ ਗਏ, ਤੇ ਉਹ ਮੇਨ ਮੰਗ ਜਿਹੜੀ ਆ ਉਹਨੂੰ ਛੱਡ ਕੇ ਤੇ ਬੰਦੇ ਛਡਾਉਣ ਵਾਲੀ ਗੱਲ ਦੇ ਪਿੱਛੇ ਗੱਲ ਚੱਲ ਜਾਂਦੀ ਗਈ। ਇਹ ਜਿਹੜੀ ਇੱਕ ਇਹਨਾਂ ਦੀ ਲੋੜ ਤੇ ਤਜਰਬੇ ਤੋਂ ਮੈਂ ਦੋਨੇ ਚੀਜ਼ਾਂ ਹੀ ਜ਼ੋਰ ਦੇ ਕੇ ਕਹਿੰਦਾ ਕਿ ਤਜਰਬੇ ਜੋ ਇਹਨਾਂ ਨੇ ਇਹ ਸਿੱਖਿਆ ਕਿ ਅਸੀਂ ਕੋਈ ਇੱਕ ਮੰਗ, ਇਲਾਕਾਈ ਮੰਗ ਜਿਹੜੀ ਆ ਲੈ ਲੈਂਦੇ ਆ, ਤਾਂ ਇਹਦੇ ਨਾਲ ਸਮੁੱਚੇ ਕਿਸਾਨਾਂ ਦਾ ਜਿਹੜਾ ਉਹ ਭਲਾ ਹੋ ਨਹੀਂ ਸਕਦਾ, ਕਿਉਂਕਿ ਉਹਨਾਂ ਦੀ ਉਹਨਾਂ ਦਾ ਨਾ ਅੰਦੋਲਨ ਬਣਦਾ, ਨਾ ਉਹਨਾਂ ਦੀ ਜਥੇਬੰਦੀ ਬਣਦੀ ਆ। ਤੇ ਲੋੜ ਇਸ ਗੱਲ ਦੀ ਬਣ ਗਈ, ਲੋੜ ਤੇ ਜਿਹੜਾ ਤਜਰਬਾ ਆ ਉਹਦੇ ਵਿੱਚੋਂ ਲੋੜ ਨਿਕਲਾਈ। ਉਹਨਾਂ ਨੇ ਇਹ ਸਿੱਖ ਲਿਆ ਵੀ ਜਿਹੜੇ ਤਰੀਕੇ ਨਾਲ ਅਸੀਂ ਫਾਈਟ ਕਰਦੇ ਆ ਉਹ ਸਾਡੀ ਤਾਕਤ ਵੀ ਥੋੜੀ ਆ, ਤੇ ਜਿਹੜੀ ਲੀਡਰਸ਼ਿਪ ਹੈਗੀ ਆ ਉਹ ਵੀ ਕਿੱਥੇ ਮਤਲਬ 8, 10, 15, 20, 25 ਬੰਦਿਆਂ ਨੇ ਸਿਰ ਜੋੜ ਕੇ ਗੱਲ ਕਰਨੀ ਆ, ਕਿੱਥੇ ਇੱਕ ਬੰਦੇ ਨੇ ਕਰਨੀ ਆ। ਸੋ ਇਹ ਜਿਹੜਾ ਪਿੜ ਹੈਗਾ ਇਹ ਵੱਜਣਾ ਸ਼ੁਰੂ ਹੋ ਗਿਆ। ਔਰ ਜਦੋਂ ਪਿਛਲੇ ਸਾਲ ਜੂਨ ਦੇ ਵਿੱਚ, ਜੂਨ 2020 ਦੇ ਵਿੱਚ ਇਹ 3 ਖੇਤੀ ਬਿੱਲ ਆ ਗਏ, ਉਦੋਂ ਤੋਂ ਫਿਰ ਇਹ ਜਿਹੜੀ ਸਟਰਗਲ ਹੈਗੀ ਹੈ ਜੀ, ਇਹਦੀ ਕੰਸੋਲੀਡੇਸ਼ਨ ਸ਼ੁਰੂ ਹੋਈ ਹੈਗੀ ਆ ਜੀ। ਪ੍ਰੋਫੈਸਰ ਸਾਹਿਬ, ਤੁਸੀਂ ਪੋਲੀਟੀਕਲ ਪਾਰਟੀਆਂ ਦੇ ਜਿਹੜੇ ਕਿਸਾਨ ਵਿੰਗ ਆ ਉਹਨਾਂ ਦਾ ਜ਼ਿਕਰ ਕੀਤਾ ਆ, ਇਹਨਾਂ ਚੋਂ ਸਿਰ ਕਰਦਾ ਲੀਡਰ ਰਹੇ ਨੇ ਚੌਧਰੀ ਚਰਨ ਸਿੰਘ। ਉਹ ਕਦੀ ਥੋੜਾ ਸਮਾਂ ਜੋੜ ਤੋੜ ਦੀ ਰਾਜਨੀਤੀ ਨਾਲ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਵੀ ਪਹੁੰਚ ਗਏ ਸੀਗੇ। ਇਸੇ ਤਰ੍ਹਾਂ ਹੀ ਹਰਿਆਣੇ ਤੋਂ ਇੱਕ ਕੱਦਾਵਰ ਨੇਤਾ ਦੇਵੀ ਲਾਲ ਹਰੀ ਜਿਹੜੇ ਨੇ, ਉਹ ਵੀ ਕਿਸਾਨੀ ਨੂੰ ਹੀ ਆਪਣਾ ਧੁਰਾ ਮੰਨ ਕੇ ਅੱਗੇ ਵਧੇ, ਕਿਸਾਨੀ ਤੋਂ ਹੀ ਉਹਨਾਂ ਤਾਕਤ ਲਈ, ਤੇ ਉਹ ਵੀ ਭਾਰਤ ਦੇ ਡਿਪਟੀ ਪ੍ਰਧਾਨ ਮੰਤਰੀ ਦੇ ਅਹੁਦੇ ਤੱਕ ਪਹੁੰਚੇ। ਤੇ ਪ੍ਰਕਾਸ਼ ਸਿੰਘ ਬਾਦਲ ਹਰੀ ਜਿਹੜੇ ਨੇ ਉਹ ਦੇਵੀ ਲਾਲ ਨਾਂ ਦੇ ਚੰਗੇ ਮਿੱਤਰ ਗਿਣੇ ਜਾਂਦੇ ਸੀ, ਔਰ ਇਹ ਵੀ ਕਲੇਮ ਕਰਦੇ ਰਹੇ ਕਿ ਅਸੀਂ ਪਹਿਲਾਂ ਤਾਂ ਪੰਥਕ ਮੁੱਦਿਆਂ ਤੇ ਪੰਜਾਬ ਹਰਿਆਣਾ ਬਣਨ ਤੋਂ ਬਾਅਦ ਇਹਨਾਂ ਦਾ ਜ਼ਿਆਦਾ ਜ਼ੋਰ ਕਿਸਾਨੀ ਮੁੱਦਿਆਂ ਤੇ ਰਿਹਾ। ਇਸ ਤੋਂ ਇਲਾਵਾ ਸ਼ਰਦ ਪਵਾਰ ਜੀ, ਬਹੁਤ ਸਾਰੇ ਲੋਕ ਨੇ ਜਿਹੜੇ ਨਾਮਵਰ ਹਸਤੀਆਂ ਨੇ ਜਿਹੜੀਆਂ ਕਿਸਾਨੀ ਬੈਕਗ੍ਰਾਉਂਡ ਤੋਂ ਗਈਆਂ ਨੇ। ਇਹ ਲੋਕ ਇਹ ਦਾਅਵਾ ਵੀ ਕਰਦੇ ਰਹੇ ਕਿ ਅਸੀਂ ਕਿਸਾਨੀ ਹਿੱਤਾਂ ਲਈ ਲੜਦੇ ਹਾਂ, ਤੇ ਪਰ ਇੰਨੇ ਵੱਡੇ ਅਹੁਦਿਆਂ ਤੇ ਪਹੁੰਚਣ ਤੋਂ ਬਾਵਜੂਦ
ਕਿਸਾਨੀ ਨੂੰ ਪੈਰਾਂ ਸਿਰ ਖੜਾ ਕਰਨ ਲਈ ਕੋਈ ਪੁਖਤਾ ਪੱਕਾ ਪ੍ਰਬੰਧ ਕਰਕੇ ਨਹੀਂ ਗਏ। ਆਪੋ ਆਪਣੀ ਜ਼ਿੰਦਗੀ ਜੂ ਗਏ, ਆਪਣੀਆਂ ਦੌੜਾਂ ਲਾਉਂਦੇ ਰਹੇ, ਕੁਰਸੀਆਂ ਤੇ ਪਹੁੰਚਣਗੀਆਂ, ਪਹੁੰਚ ਵੀ ਗਏ, ਲੋਕਾਂ ਨੇ ਮਾਣ ਸਨਮਾਨ ਵੀ ਦਿੱਤਾ। ਪਰ ਇਹ ਲੋਕ ਕੋਈ ਪੱਕਾ ਪ੍ਰਬੰਧ ਕਿਸਾਨੀ ਦੀ ਆਰਥਿਕਤਾ ਦਾ ਮੁੱਢ ਨਹੀਂ ਬਣ ਕੇ ਗਏ। ਇਹਦੇ ਪਿੱਛੇ ਕੱਲਾ ਸਿਸਟਮ ਨੂੰ ਦੋਸ਼ ਦੇ ਦੇਣਾ ਵਾਜਬ ਨਹੀਂ ਲੱਗਦਾ। ਤੁਸੀਂ ਇਹਦੇ ਪਿੱਛੇ ਹੋਰ ਕਿਹੜੇ ਫੈਕਟਰ ਆ ਜਿਹੜੇ ਕੰਮ ਕਰਦੇ ਸੀ ਕਿ ਇਹਨੇ ਧੜੱਲੇਦਾਰ ਲੀਡਰ, ਇੰਨੀ ਵੱਡੀ ਉਹਨਾਂ ਦੀ ਪਹੁੰਚ ਤੇ ਆਪਣੇ ਭਾਈਚਾਰੇ ਲਈ ਕੁਝ ਨਾ ਕਰਕੇ ਗਏ ਹੋਣ, ਇਹਦੇ ਕੀ ਕਾਰਨ ਹੋ ਸਕਦੇ? ਇਹਦੇ ਚ ਗਿੱਲ ਸਾਹਿਬ ਸਾਨੂੰ ਦੇਖਣਾ ਪਏਗਾ ਕਿ ਕਿਸਾਨੀ ਵੀ ਇੱਕ ਕਿਸਮ ਦੀ ਨਹੀਂ ਹੈ। ਕਿਸਾਨੀ ਦੀਆਂ ਕਿੰਨੀਆਂ ਸਾਰੀਆਂ ਲੇਅਰਸ ਆ, ਕਿੰਨੀਆਂ ਸਾਰੀਆਂ ਕਿਸਮਾਂ ਆ। ਇਹ ਜਿਹੜੇ ਲੀਡਰ ਤੁਸੀਂ ਗਿਣੇ ਆ, ਇਹ ਸਾਰੇ ਦੇ ਸਾਰੇ ਧਨੀ ਕਿਸਾਨੀ ਦੇ ਵਿੱਚੋਂ ਆਏ ਸੀਗੇ ਆਪ। ਇਹ ਧਨੀ ਕਿਸਾਨੀ ਜਿਹੜੀ ਆ ਉਹਨੂੰ ਇਹ ਲੀਡਰਸ਼ਿਪ ਪ੍ਰੋਵਾਈਡ ਕਰਦੇ ਸੀਗੇ। ਉਹਨਾਂ ਦੀਆਂ ਬਹੁਤ ਜ਼ਿਆਦਾ ਲੋੜਾਂ ਜਿਹੜੀਆਂ ਵੱਧ ਤੋਂ ਵੱਧ ਇਹ ਹੁੰਦੇ ਸੀਗੇ ਕਿ ਬਈ ਜਿਣਸਾਂ ਦੇ ਭਾਅ ਜਿਹੜੇ ਆ ਸਾਨੂੰ ਠੀਕ ਮਿਲਣ, ਤੇ ਜਾਂ ਕਿਤੇ ਜਿਹੜਾ ਉਹ ਬਿਜਲੀ ਸਸਤੀ ਹੋਵੇ ਜਾਂ ਬਿਜਲੀ ਮੁਫਤ ਹੋਵੇ, ਲਾਈਕ ਦੈਟ। तो मैं समझदा कि जिहड़ी धनी किसानी आ ਉਹ ਇੱਕ ਤਾਂ ਕਲਾਸ ਦੇ ਤੌਰ ਦੇ ਉੱਤੇ ਉਹਦੀ ਲੋੜ ਵੀ ਨਹੀਂ ਹੈ ਬਹੁਤੀ ਫਾਈਟ ਕਰਨ ਦੀ, ਕਿਉਂਕਿ ਬੰਦਾ ਲੜਦਾ ਉਦੋਂ ਆ ਜਦੋਂ ਉਹਦੀ ਐਗਜ਼ਿਸਟੈਂਸ ਨੂੰ ਜਾਂ ਉਹਦਾ ਕੋਈ ਗੁਜ਼ਾਰਾ ਹੀ ਨਹੀਂ ਹੁੰਦਾ, ਤੇ ਫਿਰ ਉਹਦੀ ਲੜਾਈ ਜਿਹੜੀ ਹੈਗੀ ਆ ਕਰਨ ਦੀ ਸਮਰੱਥਾ ਉਹਦੀ ਵੱਧਦੀ ਆ। ਤੋ ਇਹ ਕਿਸਾਨੀ ਜਿਹੜੀ ਹੈਗੀ ਆ ਜੀ, ਇਹ ਕਿਉਂਕਿ ਧਨੀ ਕਿਸਾਨੀ ਦੇ ਲੀਡਰ ਸੀਗੇ ਤੇ ਇਹਨਾਂ ਦੀ ਇੱਕ ਬਹੁਤ ਇਸ ਕਿਸਮ ਦੀ ਜਿਹੜੀ ਜ਼ਰੂਰਤ ਵੀ ਨਹੀਂ ਸੀਗੀ ਫਾਈਟ ਕਰਨ ਦੀ। ਉਹਦੇ ਮੁਕਾਬਲੇ ਤੇ ਹੁਣ ਜਿਹੜੀ ਕਿਸਾਨੀ ਦੀ ਲੜਾਈ ਹੈਗੀ ਆ, ਇਹ ਕੇਵਲ ਕਿਸਾਨੀ ਦੇ ਇੱਕ ਸੈਕਸ਼ਨ ਦੀ ਨਹੀਂ ਹੈ। ਭਾਵੇਂ ਕੋਈ 10 ਕਨਾਲਾਂ ਵਾਲਾ ਕਿਸਾਨ ਆ, ਭਾਵੇਂ 5 ਕਿੱਲੇ ਵਾਲਾ ਆ, ਭਾਵੇਂ 10 ਕਿੱਲੇ ਵਾਲਾ, ਭਾਵੇਂ 50 ਕਿੱਲੇ ਵਾਲਾ, ਹੁਣ ਇਹ ਲੜਾਈ ਜਿਹੜੀ ਹੈ ਸਾਂਝੀ ਬਣਦੀ ਹੈਗੀ ਆ। ਕਿਉਂਕਿ ਇਹ ਜਦੋਂ ਆ ਗਿਆ ਵੀ ਕਾਰਪੋਰੇਟ ਜਗਤ ਜਿਹੜਾ ਹੈਗਾ ਜ਼ਮੀਨ ਉਹਨੂੰ ਦੇ ਦੇਣੀ ਆ, ਤੇ ਜਿਹੜੇ ਮਾਲਕ ਆ ਮਾਲਕਾਂ ਤੋਂ ਉਹਨਾਂ ਨੂੰ ਖੇਤ ਮਜ਼ਦੂਰ ਬਣਾਉਣਾ ਹੈਗਾ ਜਾਂ ਆਪਣੇ ਖੇਤਾਂ ਦੇ ਵਿੱਚ ਉਹਨਾਂ ਨੂੰ ਮਜ਼ਦੂਰੀ ਕਰਨੀ ਪੈਣੀ ਆ। ਇਹ ਨੁਕਤਾ ਜਿਹੜਾ ਮੈਂ ਸਮਝਣਾ ਵੀ ਇਹਨੇ ਸਮੁੱਚੀ ਕਿਸਾਨੀ ਨੂੰ ਇਕੱਠਿਆਂ ਕੀਤਾ ਹੈਗਾ। ਔਰ ਜਿਹੜੀ ਕਿਸਾਨੀ ਆ ਉਹ ਇਹ ਗੱਲ ਜਿਤਾਉਣ ਦੇ ਵਿੱਚ ਕਾਮਯਾਬ ਹੋ ਗਈ, ਕਿਉਂਕਿ ਜਦੋਂ ਕਿਸੇ ਦੇ ਗਲੇ ਨੂੰ ਹੱਥ ਪੈਂਦਾ ਹੈ ਤਾਂ ਉਹਨੂੰ ਛੇਤੀ ਸਮਝ ਲੱਗਦੀ ਆ। ਸੋ ਲੋਕਾਂ ਨੂੰ ਇਹ ਪਤਾ ਲੱਗਿਆ, ਭਾਵੇਂ ਕਿਸੇ ਦੀ ਜ਼ਮੀਨ ਥੋੜੀ ਆ ਜਾਂ ਬਹੁਤੀ ਆ, ਉਹਨਾਂ ਨੂੰ ਇਹ ਲੱਗਿਆ ਵੀ ਸਾਡੀ ਹੋਂਦ ਜਿਹੜੀ ਆ, ਜਿਹੜੀ ਸਾਡੀ ਹਸਤੀ ਆ, ਉਹਦੇ ਲਈ ਖਤਰਾ ਪੈਦਾ ਹੋ ਗਿਆ। ਤੇ ਇਹ ਮੋਬਿਲਾਈਜੇਸ਼ਨ ਜਿਹੜੀ ਹੈਗੀ ਆ, ਜਿਹੜੀ ਕਿਸਾਨ ਯੂਨੀਅਨਾਂ ਦੀ ਏਕਤਾ ਆ, ਉਹ ਵੀ ਮੈਨੂੰ ਲੱਗਦਾ ਇਸੇ ਗੱਲ ਤੋਂ ਨਿਕਲੀ ਹੈਗੀ ਆ। ਔਰ ਜਿਹੜੀ ਬ੍ਰੌਡੈਸਟ ਪੋਸੀਬਲ ਮੋਬਿਲਾਈਜੇਸ਼ਨ ਹੋਈ ਆ, ਉਹਦੇ 'ਚ ਮੈਂ ਸਮਝਦਾ ਵੀ ਕਿ ਕਿਸਾਨੀ ਦਾ ਇੱਕ ਵਰਗ, ਜਿੱਦਾਂ ਮੈਂ ਕਿਹਾ ਕਿ ਇਹ ਜਿਹੜੇ ਵੱਡੇ ਲੀਡਰ ਸੀਗੇ ਇਹ ਪ੍ਰਤੀਨਿਧਤਾ ਕਰਦੇ ਸੀਗੇ ਧਨੀ ਕਿਸਾਨੀ ਦੀ, ਤੇ ਹੁਣ ਕਿਸਾਨੀ ਜਿਹੜੀ ਆ ਉਹ 0 ਤੋਂ ਲੈ ਕੇ 40-50 ਤੱਕ ਜਿੱਥੇ ਤੱਕ ਤੁਸੀਂ ਗਿਣਨਾ ਚਾਹੋ ਗਿਣ ਸਕਦੇ ਆ। ਉਹ ਸਾਰੀ ਦੀ ਸਾਰੀ ਉਹਦੀ ਹਸਤੀ ਜਿਹੜੀ ਆ ਉਹ ਖਤਰੇ ਵਿੱਚ ਪੈ ਜਾਣ ਕਰਕੇ ਇਹ ਅੰਦੋਲਨ ਜਿਹੜਾ ਹੈਗਾ ਉਹਨਾਂ ਨਾਲੋਂ ਡਿਫਰੈਂਟ ਕਿਸਮ ਦਾ ਹੈ। ਔਰ ਜਿਹੜੇ ਲੀਡਰ ਵੀ ਆ, ਲੀਡਰ ਵੀ ਐਡੇ ਵੱਡੇ ਨਹੀਂ ਹੈਗੇ, ਕੋਈ ਇੰਨੀਆਂ ਵੱਡੀਆਂ ਮਰੱਬਿਆਂ ਦੇ ਮਾਲਕ ਕਹਿੰਦੇ ਆ। ਉਹਨਾਂ ਦੇ ਵਿੱਚ ਇਹਨਾਂ ਦੇ ਵੀ ਆ ਜਿਹੜੇ ਬਿਲਕੁਲ ਜਿਨ੍ਹਾਂ ਕੋਲ ਨਿਗੂਣੀ ਜ਼ਮੀਨ ਹੈਗੀ ਆ, ਕੁਛ ਹੈਗੇ ਆ ਜਿਹੜੇ ਧਨੀ ਕਿਸਾਨੀ ਜੋ ਵੀ ਆਉਂਦੇ ਆ। ਸੋ ਮੈਂ ਇਹ ਮਹਿਸੂਸ ਕਰਦਾ ਹਾਂ ਵੀ ਇਹ ਜਿਹੜਾ ਹੈ, ਜਿਹੜੇ ਪਿਛਲੇ ਲੀਡਰਾਂ ਦੀ ਤੁਸੀਂ ਗੱਲ ਕੀਤੀ ਆ, ਉਹ ਜਿਹੜੀ ਮੈਂ ਕਾਰਨ ਗਿਣਦਾ ਉਹਦੇ ਕਰਕੇ ਸ਼ਾਇਦ ਉਹਨਾਂ ਦੀ ਲੋੜ ਹੀ ਨਹੀਂ ਬਣੀ ਹੈਗੀ ਕਿ ਅਸੀਂ ਕਿਸਾਨੀ ਨੂੰ ਆਰਗੇਨਾਈਜ਼ ਕਰੀਏ। ਇਸ ਕਰਕੇ ਮੈਂ ਸਮਝਣਾ ਵੀ ਉਹ ਆਪਣੀ ਜਿਹੜੀ ਪੈੜ ਆ ਉਹ ਕਿਸੇ ਛੱਡ ਕੇ ਨਹੀਂ ਜਾ ਸਕਦੇ ਜੀ। ਪ੍ਰੋਫੈਸਰ ਸਾਹਿਬ ਬਿਲਕੁਲ ਠੀਕ ਕਹਿ ਰਹੇ ਹੋ, ਪਰ ਨਾਲ ਦੀ ਨਾਲ ਕੁਝ ਨਾ ਕੁਝ ਰਿਫਾਰਮ ਜਿਹੜੇ ਆ ਖੇਤੀ ਦੇ ਵਿੱਚ, ਖੇਤੀ ਸੁਧਾਰਾਂ ਦੇ ਨਾਂ ਤੇ ਅਕਸਰ ਅਸੀਂ ਸੁਣਦੇ ਰਹੇ। ਅਸੀਂ ਬਹੁਤ ਛੋਟੇ ਹੋਵਾਂਗੇ ਜਾਂ ਜਦੋਂ ਪੰਜਾਬ ਦੇ ਵਿੱਚ ਕੰਸੋਲੀਡੇਸ਼ਨ ਹੋਈ ਸੀਗੀ, ਤੇ ਉਸ ਤੋਂ ਬਾਅਦ ਜਿੱਦਾਂ ਖੇਤੀ ਜਿਹੜੀ ਵਿਖਰ ਆਈ ਸੀ, ਕਿਸੇ ਦੀਆਂ 2 ਵਿਗੇ ਕਿਤੇ 3 ਵਿਗੇ ਕਿਤੇ, ਤੇ ਸਟੈਂਡਰਡ ਪ੍ਰਣਾਲੀ ਇੱਕ ਬਣਾ ਕੇ ਤੇ ਜ਼ਮੀਨ ਦੀ ਕੰਸੋਲੀਡੇਸ਼ਨ ਜਾਂ ਜਿਹਨੂੰ ਮਰੱਬੇਬੰਦੀ ਕਹਿੰਦੇ ਆ, ਕੋਈ ਚੱਕਬੰਦੀ ਕਹਿੰਦਾ, ਉਹ ਹੋਈ। ਤੇ ਉਹਦੇ ਤੋਂ ਬਾਅਦ ਇਦਾਂ ਕੁਝ ਲੋਕਾਂ ਨੂੰ ਮਹਿਸੂਸ ਹੋਇਆ ਕਿ ਕੁਝ ਰਾਹਤ ਸਾਨੂੰ ਜਿਹੜੀ ਆ ਉਹ ਮਿਲੀ ਆ। ਜਿਹੜਾ ਪੁਰਾਣਾ ਸਿਸਟਮ ਸੀਗਾ ਜਿੱਦਾਂ ਪਾਕਿਸਤਾਨ 'ਚ ਹੁਣ ਤੱਕ ਚੱਲਦਾ, ਬੜੇ ਵੱਡੇ ਲੈਂਡਲੋਰਡ ਸੀਗੇ, ਜਿਵੇਂ ਉੱਥੋਂ ਦੇ ਕਈ ਪਰਿਵਾਰ ਨੇ ਜਿਹੜੇ ਪੋਲੀਟੀਕਲੀ ਵੀ ਪਾਵਰਫੁਲ ਨੇ। ਭੁੱਟੋ ਪਰਿਵਾਰ ਆ, ਜਿਹੜਾ ਉਹਨਾਂ ਦੇ ਹਸਬੈਂਡ ਦਾ ਪਰਿਵਾਰ ਆ,
ਇਹ ਸਾਰੇ ਵੱਡੇ ਵੱਡੇ ਜਿਹੜੇ ਜ਼ਗੀਰਦਾਰਾਂ ਚੋਂ ਨਿਕਲ ਕੇ ਆਏ ਹੋਏ ਆ। ਪੁਰਾਣਾ ਜਿਹੜੀ ਮੱਧਯੁੱਗ ਵਾਲਾ ਸਿਸਟਮ ਸੀਗਾ, ਲੈਂਡ ਦੇ ਮਾਲਕੀ ਉਹਨਾਂ ਕੋਲ ਤੇ ਮਜ਼ਾਰੇ ਗਰੀਬ ਵੋਟ ਸੀਗੇ। ਪਰ ਜਿਹੜਾ ਭਾਰਤ ਨੇ ਕੰਸੋਲੀਡੇਸ਼ਨ ਵਾਲਾ ਸਟੈਪ ਚੁੱਕਿਆ, ਬਾਅਦ ਵਿੱਚ 16 ਸਟੈਂਡਰਡ ਏਕੜ ਦੀ ਸੀਲਿੰਗ ਲਾਈ ਤੇ ਉਸ ਤੋਂ ਬਾਅਦ ਲੱਗਿਆ ਰਹਿੰਦਾ ਸੀਗਾ ਕਿ ਕੁਝ ਇੱਕ ਕਿਸਾਨੀ ਬਾਰੇ ਪੋਜ਼ਿਟਿਵ ਰਾਹ ਜਿਹੜੇ ਆ ਉਹ ਬਣਾਏ ਜਾ ਰਹੇ ਆ। ਪਰ ਜਿਹੜੀ ਸੀਲਿੰਗ ਦਾ ਐਕਟ ਬਣਿਆ ਸੀਗਾ ਉਹਦੀਆਂ ਜਿਸ ਤਰ੍ਹਾਂ ਇਹਨਾਂ ਹੀ ਕਿਸਾਨ ਲੀਡਰਾਂ ਨੇ ਧੱਜੀਆਂ ਉਡਾਈਆਂ ਕਿ ਜ਼ਮੀਨਾਂ ਦੀ ਜਿਹੜੀਆਂ ਬੇਨਾਮੀ ਭੂਮੀ ਹੋ ਗਈ, ਝੋਟਾ ਸਿੰਘ ਨਾਂ, ਬੈਂਗਣ ਸਿੰਘ ਦੇ ਨਾਂ ਤੇ ਇਸ ਤਰ੍ਹਾਂ ਦੇ ਨਾਵਾਂ ਦੇ ਉੱਤੇ ਇਹਨਾਂ ਨੇ ਜ਼ਮੀਨ ਦੀ ਜਿਹੜੀ ਓਨਰਸ਼ਿਪ ਸੀ ਉਹਨੂੰ ਨਹੀਂ ਛੱਡਿਆ। ਸੋ ਇਹਦੇ ਲਈ ਭਾਰਤ ਵਿੱਚ ਕੋਈ ਮਤਲਬ ਕੋਈ ਪਾਵਰਫੁਲ ਕਾਨੂੰਨ ਨਹੀਂ ਬਣ ਸਕਿਆ ਕਿ ਇਹਨਾਂ ਲੋਕਾਂ ਨੂੰ ਇਸ ਤਰ੍ਹਾਂ ਦੇ ਕੰਮ ਤੋਂ ਰੋਕਿਆ ਜਾ ਸਕੇ। ਤੇ ਅਖੀਰ ਫਿਰ ਵੰਡ ਉਦਾਂ ਦੀ ਰਹੀ, ਇੱਕ ਪਾਸੇ ਬਹੁਤ ਗਰੀਬ ਕਿਸਾਨ ਰਿਹਾ ਤੇ ਇੱਕ ਪਾਸੇ ਜਿਹੜੇ ਧਨੀ ਕਿਸਾਨ ਜਿਨ੍ਹਾਂ ਨੂੰ ਤੁਸੀਂ ਕਹਿ ਰਹੇ ਹੋ ਜ਼ਗੀਰਦਾਰ ਪ੍ਰਵਿਰਤੀ ਦੇ ਲੋਕ, ਉਹ ਅੱਜ ਵੀ ਵੱਡੇ ਵੱਡੇ ਫਾਰਮਾਂ ਦੇ ਮਾਲਕ ਬਣ ਕੇ ਬੈਠੇ ਹੋਏ ਨੇ, ਜਦੋਂ ਕਿ ਲੀਗਲੀ 16 ਸਟੈਂਡਰਡ ਏਕੜ ਸਰਕਾਰ ਨੇ ਇੱਕ ਨਿਯਮ ਬਣਾਇਆ ਹੋਇਆ ਸੀ। ਜਿਹੜੀ ਤੁਸੀਂ ਗਿੱਲ ਸਾਹਿਬ ਕੰਸੋਲੀਡੇਸ਼ਨ ਦੀ ਗੱਲ ਕੀਤੀ ਹੈ ਨਾ, ਉਹ ਇੱਕ ਬਹੁਤ ਵਧੀਆ ਸਟੈਪ ਸੀਗਾ, ਬੜਾ ਪੋਜ਼ਿਟਿਵ ਸਟੈਪ ਸੀਗਾ ਕਿ ਜ਼ਮੀਨ ਜਿਹੜੀ ਕਿਸੇ ਦੀ 2 ਜਗ੍ਹਾ ਤੇ 3 ਜਗ੍ਹਾ 4 ਜਗ੍ਹਾ ਖਿੰਦਰੀ ਸੀਗੀ ਥੋੜੀ ਥੋੜੀ, ਉਹਨੂੰ ਇਕੱਠੀ ਕਰ ਦਿੱਤਾ। ਪਰ ਉਹਦੇ ਵਿੱਚ ਵੀ ਇੱਕ ਨੁਕਸਾਨ ਹੋਇਆ ਸੀਗਾ ਜਿਹੜਾ ਤੁਹਾਨੂੰ ਵੀ ਪਤਾ ਹੋਏਗਾ ਕਿ ਉਹਦੇ ਵਿੱਚ ਦਰਖਤਾਂ ਦੀ ਕਟਾਈ ਬਹੁਤ ਹੋ ਗਈ ਸੀਗੀ। ਉਹ ਚਲੋ ਇੱਕ ਵੱਖਰਾ ਵਿਸ਼ਾ, ਉਹ ਆਪਾਂ ਨਹੀਂ ਲੈਂਦੇ, ਬਟ ਕੰਸੋਲੀਡੇਸ਼ਨ ਹੈ ਨਾ ਜਿਹੜਾ, ਉਹ ਇੱਕ ਚੰਗਾ ਸਟੈਪ ਸੀਗਾ। ਗਾਂ ਜਿਹੜੀ ਸੀਲਿੰਗ ਆ ਉਹ ਵੀ ਚੰਗਾ ਸਟੈਪ ਸੀਗਾ। ਪਰ ਭਾਰਤ ਦੇ ਵਿੱਚ ਗਿੱਲ ਸਾਹਿਬ ਜਿੰਨਾ ਤੁਹਾਨੂੰ ਪਤਾ ਆ, ਕਾਨੂੰਨ ਬਣਦਾ ਬਾਅਦ ਦੇ ਵਿੱਚ ਆ ਤੇ ਉਹਦੇ ਵਿੱਚ ਪਹਿਲੀਆਂ ਤਾਂ ਹੁੰਦੀਆਂ ਚੋਰ ਮੋਰੀਆਂ ਤੇ ਦੂਜਾ ਉਹਦੇ ਚੋਂ ਮਤਲਬ ਬਚਣ ਦੇ ਰਾਹ ਜਿਹੜੇ ਹੈਗੇ ਆ। ਜਿੱਦਾਂ ਆਮ ਹੀ ਕਿਹਾ ਜਾਂਦਾ ਵੀ ਸਾਡੇ ਪੰਜਾਬ ਦੇ ਜ਼ਗੀਰਦਾਰਾਂ ਨੇ ਕੋਈ ਝੋਟਾ ਸਿੰਘ ਦੇ ਨਾਂ ਤੇ, ਕੋਈ ਗੰਡਾ ਸਿੰਘ ਦੇ ਨਾਂ ਤੇ ਇੱਦਾਂ ਜਿਹੜੀਆਂ ਜ਼ਮੀਨਾਂ ਹੈਗੀਆਂ ਉਹ ਬਚਾ ਲਈਆਂ। ਸੋ ਉਹ ਜਿਹੜੀ ਮੈਂ ਪਹਿਲਾਂ ਗੱਲ ਕਹੀ ਸੀ ਕਿ ਉਹੀ ਉਸੇ ਦੀ ਤਸਦੀਕ ਤੁਸੀਂ ਕੀਤੀ ਆ ਕਿ ਬਈ ਇਹ ਵੱਡੇ ਲੈਂਡਲਾਰਡ ਸੀਗੇ। ਇਹ ਅਸਲ ਦੇ ਵਿੱਚ ਕਿਸਾਨ ਇਹਨਾਂ ਨੂੰ ਨਹੀਂ ਕਹਿਣਾ ਚਾਹੀਦਾ, ਇਹ ਜ਼ਗੀਰਦਾਰ ਸੀਗੇ ਤੇ ਜ਼ਗੀਰਦਾਰ ਹੋਣ ਕਰਕੇ ਕਿਸਾਨੀ ਵਾਲੇ ਪਾਸੇ ਨਾਲ ਇਹਨਾਂ ਦਾ ਜੋੜ ਮੇਲ ਜਿਹੜਾ ਉਹ ਬਣਿਆ ਨਹੀਂ ਹੈ। ਔਰ ਆਲ ਇੰਡੀਆ ਪੱਧਰ ਦੇ ਉੱਤੇ ਸਾਡਾ ਕਿਉਂਕਿ ਜਿਹੜੇ ਕਿਸਾਨ ਲੀਡਰ ਹੈਗੇ ਆ, ਕਿਸਾਨਾਂ ਦੇ ਵਿੱਚੋਂ ਪ੍ਰਤੀਨਿਧਤਾ ਜਿਹੜੀ ਆ ਉਹ ਨਹੀਂ ਮਿਲੀ ਸਰਕਾਰ ਦੇ ਵਿੱਚ, ਤੇ ਇਸ ਕਰਕੇ ਕਿਸਾਨੀ ਦੀ ਗੱਲ ਜਿਹੜੀ ਆ ਉਹ ਨਹੀਂ ਹੁੰਦੀ ਰਹੀ। ਕਿਸਾਨੀ ਦੀ ਗੱਲ ਜਿਹੜੀ ਹੈਗੀ ਆ ਉਹ ਦਿਹਾੜੇ ਥਾਂ ਤੇ ਰਹੀ ਆ, ਇਸੇ ਕਰਕੇ ਕਿਸਾਨੀ ਜਿਹੜੀ ਆ ਉਹਨੇ ਮਾਰ ਖਾਧੀ ਆ। ਤੇ ਉਹਦੇ ਵਿੱਚੋਂ ਇਹ ਸਾਰੀਆਂ ਗੱਲਾਂ ਜਿਹੜੀਆਂ ਨਿਕਲੀਆਂ ਹੈਗੀਆਂ ਜੀ। ਤੇ ਪ੍ਰੈਜ਼ੈਂਟ ਕਿਸਾਨ ਅੰਦੋਲਨ ਜਿਹੜਾ ਹੈਗਾ ਜੀ, ਉਹ ਇਹਨਾਂ ਘਾਟਾਂ ਦੇ ਕਰਕੇ ਹੀ ਜਿਹੜਾ ਉਹ ਕਰਨਾ ਪੈ ਰਿਹਾ ਹੈਗਾ ਜੀ। ਮੈਨੂੰ ਲੱਗਦਾ ਪ੍ਰੋਫੈਸਰ ਸਾਹਿਬ ਮਰਬੇਬੰਦੀ ਦਾ ਸਾਲ ਮੈਨੂੰ ਧਿਆਨ ਨਹੀਂ ਆ, ਇਹ ਕਦੋਂ ਹੋਈ ਸੀ ਮਰਬੇਬੰਦੀ ਭਲਾ? ਇਹ 57 ਦੇ ਕਰੀਬ ਹੋਈ ਸੀ। ਅੱਛਾ, ਸਾਡੇ ਜਨਮ ਦਿਨਾਂ ਦੇ ਨੇੜੇ ਤੇੜੇ ਕਿਤੇ ਹੋਈ ਆ ਜੀ। 1957 ਮੈਨੂੰ ਵੀ ਮਾੜੀ ਮਾੜੀ ਹੋਸ਼ ਹੈਗੀ ਆ। ਮੈਨੂੰ ਤਾਂ ਪਤਾ ਆ ਕਿ ਜਦੋਂ ਪਟਵਾਰੀ ਆਉਂਦਾ ਸੀਗਾ, ਤਹਿਸੀਲਦਾਰ ਅਫਸਰ ਆਉਂਦੇ ਸੀਗੇ ਨਾ, ਤੇ ਉਹ ਕੀ ਕਰਦੇ ਸੀਗੇ ਕਿ ਉਹ ਵੇਖਦੇ ਸੀਗੇ ਜਿੱਦਾਂ ਮੰਨ ਲਓ ਤੁਹਾਡੀ 20 ਕਿੱਲੇ ਜ਼ਮੀਨ ਆ ਤੇ ਉਹਦੇ ਚੋਂ 10 ਕਿੱਲੇ ਇੱਕ ਥਾਂ ਆ ਤੇ ਜਿਹੜੇ ਬਾਕੀ 10 ਆ ਉਹ 2-3 ਥਾਂ ਆ, ਤੇ ਉਹ ਜਿਹੜਾ 10 ਕਿੱਲੇ ਵਾਲਾ ਸੀਗਾ ਨਾ ਟੋਟਾ ਜਾਂ ਟੁਕੜਾ, ਉਹਨੂੰ ਉਹ ਕਹਿ ਲੈਂਦੇ ਸੀਗੇ ਮੇਜਰ ਪੋਰਸ਼ਨ। ਤੇ ਉਹ ਜਿਹੜੇ ਤੁਹਾਡੇ 10 ਕਿੱਲੇ ਆ ਨਾ, ਉਹਦੇ ਦੁਆਲੇ ਦੁਆਲੇ ਦੂਜੇ 10 ਕਿੱਲੇ ਤੁਹਾਡੇ ਕੋਈ ਕਿਤੋਂ 3 ਕਿੱਲੇ, ਕਿਤੋਂ 2 ਕਿੱਲੇ, ਕਿਤੋਂ 4 ਕਿੱਲੇ ਜਿੱਦਾਂ ਲੈ ਆਉਣੇ। ਤੇ ਮੈਨੂੰ ਯਾਦ ਹੈ ਵੀ ਅਸੀਂ ਉਦੋਂ ਅਜੇ ਸਕੂਲ ਵੀ ਨਹੀਂ ਜਾਂਦੇ ਸੀਗੇ ਤੇ ਗੱਲਾਂ ਕਰਦੇ ਹੁੰਦੇ ਸੀ ਫਲਾਣੇ ਦਾ ਮੇਜਰ ਪੋਸ਼ ਫਲਾਣੇ ਦਾ ਪੈ ਰਿਹਾ, ਪੋਰਸ਼ਨ ਨੂੰ ਪੋਸ਼ ਕਹਿੰਦੇ ਹੁੰਦੇ ਸੀਗੇ। ਹਾਂਜੀ। ਤੋਂ ਇਹ 57 ਤੋਂ 59 ਤੱਕ ਹੋਈ ਜਾਂਦੀ ਹੈ ਜੀ। ਜੀ ਬਿਲਕੁਲ, ਇਹ ਪਹਿਲਾ ਕਦਮ ਮੈਨੂੰ ਲੱਗਦਾ ਹੈ ਕਿ ਜਿਹੜਾ ਰਿਫਾਰਮ ਵੱਲ ਪਹਿਲਾ ਕਦਮ ਜਿਹੜਾ ਹੈ ਸਾਡਾ ਜਿਹੜਾ ਹੈ ਇਹ ਕੰਸੋਲੀਡੇਸ਼ਨ ਸੀਗਾ। ਪਰ ਉਸ ਤੋਂ ਬਾਅਦ 1962 ਦੀ ਲੜਾਈ ਤੋਂ ਵੀ ਬਾਅਦ 64-65 ਤੱਕ ਹਾਲਾਤ ਕੋਈ ਬਹੁਤੇ ਸੁਧਰੇ ਨਹੀਂ। ਤੇ ਜਿਹੜੇ ਨਹਿਰੂ ਹੋਰਾਂ ਤੋਂ ਬਾਅਦ ਜਿਹੜੇ ਸਾਡੇ ਪ੍ਰਧਾਨ ਮੰਤਰੀ ਬਣੇ ਲਾਲ ਬਹਾਦਰ ਸ਼ਾਸਤਰੀ ਨੇ, ਉਹਨਾਂ ਨੇ ਲੋਕਾਂ ਨੂੰ ਇੱਕ ਦਿਨ ਦਾ ਵਰਤ ਰੱਖਣ ਲਈ ਵੀ ਕਿਹਾ ਸੀਗਾ ਕਿ ਸਾਡੇ ਕੋਲ ਅੰਨ ਨਹੀਂ ਆ ਤੇ ਘੱਟੋ ਘੱਟ ਸੋਮਵਾਰ ਇੱਕ ਦਿਨ ਸਾਰਾ ਭਾਰਤ ਅਨਾਜ ਨਾ ਖਾਵੇ ਤੇ ਉਹਦੇ ਨਾਲ ਕਾਫੀ ਬਚਤ ਹੋਏਗੀ। ਫਿਰ ਆਪਾਂ ਮੈਕਸੀਕਨ ਕਣਕ ਦਾ ਜਾਣਦੇ ਆ, ਨਿੱਕੇ ਨਿੱਕੇ ਹੁੰਦੇ ਸੀ ਕਿ ਲਾਲ ਰੰਗ ਦੀ ਕਣਕ ਆਈ ਸੀਗੀ ਮੈਕਸੀਕੋ ਤੋਂ, ਫਿਰ ਉਹਦੇ ਬੀਜ ਆਏ, ਫਿਰ ਹੌਲੀ ਹੌਲੀ ਸਾਡੀਆਂ ਯੂਨੀਵਰਸਿਟੀਆਂ ਜਦੋਂ ਕੁਝ ਵਿੱਚ ਆਈਆਂ ਤੇ ਕੁਝ ਨਾ ਕੁਝ ਪ੍ਰੋਡਕਸ਼ਨ ਵਧਣ ਲੱਗੀ।
ਪਰ ਜਿਹੜੀ ਮੇਨ ਸਾਨੂੰ ਹੁਲਾਰਾ ਮਿਲਿਆ ਉਹ ਅਸੀਂ 1965 ਦਾ ਗ੍ਰੀਨ ਰੈਵੋਲੂਸ਼ਨ ਕਹਿੰਦੇ ਆ। ਸਾਡੇ ਪ੍ਰਸਿੱਧ ਜਿਹੜੇ ਕਿਸਾਨ ਅਰਥ ਸ਼ਾਸਤਰੀ ਨੇ ਪ੍ਰੋਫੈਸਰ ਸੁੱਚਾ ਸਿੰਘ ਗਿੱਲ, ਉਹਨਾਂ ਨੇ ਮੈਨੂੰ ਦੱਸਿਆ ਸੀਗਾ ਕਿ ਇਹ ਪ੍ਰੋਜੈਕਟ ਜਿਹੜਾ ਆ ਇਹ ਕੋਈ ਭਾਰਤ ਸਰਕਾਰ ਦਾ ਪ੍ਰੋਜੈਕਟ ਨਹੀਂ ਸੀਗਾ, ਇਹ ਇੱਕ ਵਰਲਡ ਬੈਂਕ ਦਾ ਪ੍ਰੋਜੈਕਟ ਸੀਗਾ, ਜਿਹਨੇ ਸਭ ਤੋਂ ਪਹਿਲਾਂ ਪਾਕਿਸਤਾਨ ਦੇ ਪੰਜਾਬ ਨੂੰ ਚੁਣਿਆ ਸੀ, ਕਿਉਂਕਿ ਉੱਥੇ ਜਿਹੜਾ ਨਹਿਰਾਂ ਦਾ ਸਿਸਟਮ ਸੀਗਾ, ਇਰੀਗੇਸ਼ਨ ਦਾ ਸਿਸਟਮ ਸੀਗਾ, ਉਹ ਪੰਜਾਬ ਨਾਲੋਂ ਜ਼ਿਆਦਾ ਵਧੀਆ ਸੀਗਾ ਤੇ ਪੰਜਾਬ ਨਾਲੋਂ ਜ਼ਿਆਦਾ ਫਰਟਾਈਲ ਭੂਮੀ ਜਿਹੜੀ ਸੀਗੀ। ਹਾਲਾਂਕਿ ਪੰਜਾਬ ਦੇ ਸਿੱਖ ਕਿਸਾਨਾਂ ਨੇ ਆਬਾਦ ਕੀਤੀ ਸੀ, ਜਿਹਨੂੰ ਅਸੀਂ 12 ਕਹਿੰਦੇ ਆ, ਤੇ ਉੱਥੇ ਉਹਨਾਂ ਨੇ ਸੋਚਿਆ ਸੀਗਾ, ਪਰ ਕੁਝ ਰਾਜਨੀਤਿਕ ਕਾਰਨ ਐਸੇ ਆੜੇ ਆਏ ਕਿ ਪਾਕਿਸਤਾਨ ਦੀ ਬਜਾਏ ਉਹ ਪੰਜਾਬ ਦਾ ਖਿੱਤਾ ਇਸ ਕੰਮ ਲਈ ਚੁਣਿਆ ਗਿਆ, ਜਿਹੜਾ ਕਿ ਬਾਅਦ ਵਿੱਚ ਪ੍ਰੋਡਕਸ਼ਨ ਦੀ ਮਤਲਬ ਆਪਾਂ ਆਤੀ ਕਰ ਦਿੱਤੀ ਕਿ ਇਹ ਜ਼ਮੀਨ ਨੂੰ ਸਾਹ ਹੀ ਨਹੀਂ ਲੈਣ ਦਿੱਤਾ। ਤੇ ਹੁਣ ਉਹਦੇ ਤੇ ਵੀ ਬੜੇ ਕਿੰਤੂ ਪਰੰਤੂ ਹੋ ਰਿਹਾ। 65 ਦੇ ਗ੍ਰੀਨ ਰੈਵੋਲੂਸ਼ਨ ਨੇ ਜਿਸ ਤਰ੍ਹਾਂ ਸਾਡੀ ਆਰਥਿਕਤਾ 'ਚ ਸੁਧਾਰ ਲਿਆਂਦਾ, ਕੱਚਿਆਂ ਤੋਂ ਪੱਕੇ ਘਰ ਬਣੇ, ਬੈਲਾਂ ਤੋਂ ਟਰੈਕਟਰਾਂ ਤੇ ਆਏ, ਸਾਈਕਲਾਂ ਤੋਂ ਸਕੂਟਰਾਂ ਤੇ ਹੁਣ ਕਾਰਾਂ ਤੇ ਪਹੁੰਚੇ, ਫਾਰਮ ਹਾਊਸ ਬਣੇ, ਕੁਝ ਨਾ ਕੁਝ ਸਾਨੂੰ ਹੁਲਾਰਾ ਵੀ ਦਿੱਤਾ, ਪਰ ਸਾਡਾ ਖੋਹ ਬਹੁਤ ਕੁਝ ਰਿਹਾ। ਇਹ ਸਾਡਾ ਸਿਸਟਮ ਪਹਿਲਾਂ ਸਭ ਪਾਣੀ ਪੀਓ ਜਾਂ ਮੈਂ ਬ੍ਰੇਕ ਲੈਣਾ ਜੀ। ਕੋਈ ਨਹੀਂ ਠੀਕ ਹੈ। ਤੇ ਇਹ ਸਾਰੇ ਜਿਹੜਾ ਮੈਂ ਕਰ ਰਿਹਾ ਵਿਖਿਆਨ, ਇਹਦੇ ਤੇ ਥੋੜਾ ਜਿਹਾ ਚਾਨਣਾ ਪਾਓ ਕਿ ਇਹਦੀ ਪ੍ਰਿਸ਼ਠਭੂਮੀ ਕੀ ਸੀਗੀ ਤੇ ਇਹਦੇ ਨਾਲ ਸਾਨੂੰ ਕੀ ਕੀ ਲਾਭ ਹੋਇਆ ਤੇ ਕੀ ਕੀ ਸਾਨੂੰ ਨੁਕਸਾਨ ਹੋਏ। ਜਿਹੜੀ ਪ੍ਰੋਡਕਸ਼ਨ ਵਧੀ ਹੈ ਨਾ ਜੀ, ਪ੍ਰੋਡਿਊਸ ਐਗਰੀਕਲਚਰ ਦੀ, ਇਹਦੇ ਨਾਲ ਸਾਡੇ ਦੇਸ਼ ਨੂੰ ਪੂਰਾ ਫਾਇਦਾ ਹੋਇਆ। ਬਈ ਉਹਦੇ ਵਿੱਚ ਜਿਹੜਾ ਆਉਣ ਦਾ ਸੰਕਟ ਆ ਉਹ ਦੂਰ ਹੋ ਗਿਆ। ਅਸੀਂ ਜਿਹੜੀ ਅੱਜ ਉਹ ਸਰਪਲਸ ਪ੍ਰੋਡਿਊਸ ਕਰਨ ਲੱਗ ਪਏ। ਕਿਸਾਨੀ ਦੀ ਹਾਲਤ ਜਿਹੜੀ ਆ ਉਹ ਕਾਫੀ ਸੁਧਰੀ। ਇਹਦੇ ਨਾਲ ਜਿਹੜੇ ਦੀ ਸਹੂਲਤਾਂ ਦੱਸੀਆਂ ਕਿ ਬੰਦਾਂ ਤੋਂ ਟਰੈਕਟਰ ਵਗੈਰਾ ਆਵੀਆਂ, ਕੱਚਿਆਂ ਕੋਠਿਆਂ ਤੋਂ ਪੱਕੇ ਕੋਠੇ ਆ ਗਏ, ਪਰ ਇਹਦਾ ਇੱਕ ਜਿਹੜਾ ਨੁਕਸਾਨ ਹੋਇਆ ਕਿ ਉਹ ਕੁਦਰਤੀ ਹੋਣਾ ਸੀਗਾ। ਇਹਦੇ ਵਿੱਚ ਜਿਹੜੀ ਛੋਟੀ ਕਿਸਾਨੀ ਆ ਨਾ ਜੀ, ਜਿਹੜੀ ਬਿਲਕੁਲ ਥੋੜੀ ਮਾਲਕੀ ਵਾਲੇ ਸੀਗੇ, ਉਹ ਕਿਸਾਨੀ ਜਿਹੜੀ ਆ ਉਹ ਖੇਤ ਮਜ਼ਦੂਰ ਵੀ ਬਣ ਗਈ। ਤੇ ਜਿਹੜੀ ਭਰੀ ਕਿਸਾਨੀ ਸੀਗੀ, ਜਿਨ੍ਹਾਂ ਨੇ 100 ਸਾਲ ਤਰੱਕੀ ਕੀਤੀ, ਉਹਦਾ ਕਈ ਲਾਗਤਾਂ ਵੀ ਲੱਗੀਆਂ। ਮਤਲਬ ਆਹ ਜਿਹੜੇ ਸਿੰਥੈਟਿਕ ਨਸ਼ੇ ਆ ਇਹ ਤਾਂ ਹੈ ਨਹੀਂ ਸੀਗੇ, ਪਰ ਜਿਹੜੇ ਰਵਾਇਤੀ ਨਸ਼ੇ ਸੀਗੇ, ਖਾਸ ਕਰਕੇ ਸ਼ਰਾਬ ਵਗੈਰਾ, ਉਹਦਾ ਵਾਧਾ ਹੋਇਆ। ਫਿਰ ਜਿਹੜੇ ਵਿਆਹ ਸ਼ਾਦੀਆਂ ਹੈਗੇ ਆ ਜਾਂ ਮਰਨੇ ਆ, ਉਹਨਾਂ ਦੇ ਉੱਤੇ ਵੀ ਇੱਕ ਮੌਕੀ ਸ਼ਾਨ ਦਿਖਾਉਣ ਖਾਤਰ ਸਾਡਾ ਜਿਹੜਾ ਸੱਭਿਆਚਾਰ ਹੈ, ਸੱਭਿਆਚਾਰਕ ਤਬਦੀਲੀ ਵੀ ਉਹਦੇ ਵਿੱਚ ਆਈ। ਔਰ ਜਿਹੜਾ ਸਭ ਤੋਂ ਵੱਡਾ ਨੁਕਸਾਨ ਹੋਇਆ ਉਹ ਇਹ ਹੋਇਆ ਕਿ ਵੀ ਧਰਤੀ ਦੀ ਸੱਤਿਆ ਜਿਹੜੀ ਆ ਉਹ ਸਾਰੀ ਦੀ ਸਾਰੀ ਖਿੱਚ ਲਈ, ਇਹਦੀਆਂ ਖਾਦਾਂ ਬੋਲਣੀਆਂ ਸ਼ੁਰੂ ਕਰਤੀਆਂ। ਔਰ ਪਹਿਲਾਂ ਤੁਹਾਨੂੰ ਪਤਾ ਹੈ ਕਿ ਆਪਾਂ ਛੋਟੇ ਸੀਗੇ ਉਦੋਂ ਇੱਕ ਫਸਲ ਜਿਹੜੀ ਉਹ ਬੀਜੀ ਜਾਂਦੀ ਸੀਗੀ, ਮਤਲਬ ਉਹਦੇ ਪੈੜੀਆਂ ਜਿਹੜੀਆਂ ਉਹਨਾਂ ਦੇ ਵਿੱਚ ਕੇਵਲ ਕਣਕ ਹੀ ਬੀਜੀ ਜਾਂਦੀ ਸੀਗੀ, ਬਾਕੀ ਟਾਈਮ ਉਹ ਵਿਹਲੀਆਂ ਰਹਿੰਦੀਆਂ ਸੀਗੀਆਂ। ਤੇ ਇਸ ਤੋਂ ਬਾਅਦ ਕਿਉਂਕਿ ਜਿਹੜੀ ਪੈਦਾਵਾਰ ਆ ਉਹ ਵਧਣੀ ਸ਼ੁਰੂ ਹੋ ਗਈ ਤੇ ਜਿਹੜਾ ਲਾਲਚ ਵੀ ਪੈਦਾ ਹੋਇਆ, ਉਸ ਲਾਲਚ ਨੇ ਜ਼ਮੀਨ ਜਿਹੜੀ ਹੈਗੀ ਆ ਉਹ ਬਿਲਕੁਲ ਖੋਖਲੀ ਵੀ ਕਰ ਦਿੱਤੀ। ਸੋ ਇਹ ਕੁਝ ਚੀਜ਼ਾਂ ਹੈ ਜਿਹੜੀਆਂ ਉਸ ਗ੍ਰੀਨ ਰੈਵੋਲੂਸ਼ਨ ਦੇ ਬਾਈ ਪ੍ਰੋਡਕਟ ਹੈਗੀਆਂ, ਜਿਨ੍ਹਾਂ ਨੇ ਸਾਡਾ ਕਾਫੀ ਨੁਕਸਾਨ ਕੀਤਾ ਜੀ। ਜੀ ਬੜਾ ਸਾਹਿਬ, ਜਿਵੇਂ ਤੁਸੀਂ ਦੱਸ ਹੀ ਰਹੇ ਹੋ ਕਿ ਉਸ ਸਮੇਂ ਦੀ ਲੀਡਰਸ਼ਿਪ ਜਿਹੜੀ ਜਦੋਂ ਤੱਕ ਲੋਕਾਂ ਦਾ ਭਰੋਸਾ ਲੀਡਰਸ਼ਿਪ ਤੇ ਕਾਫੀ ਬਣਿਆ ਹੋਇਆ ਸੀਗਾ, ਲਾਲ ਬਹਾਦਰ ਸ਼ਾਸਤਰੀ ਵਰਗੇ ਇੱਕ ਵਿਅਕਤੀ ਦੇ ਜਿਹੜਾ ਬਹੁਤ ਗਰੀਬ ਘਰ ਤੋਂ ਉੱਠ ਕੇ ਆਇਆ ਸੀਗਾ ਔਰ ਇਸ ਤਰ੍ਹਾਂ ਪਹੁੰਚਿਆ ਸੀਗਾ, ਉਹਦੀ ਇੱਕ ਕਾਲ ਦੇ ਉੱਤੇ ਭਾਰਤ ਦੇ ਸਮੁੱਚੇ ਕਿਸਾਨ ਨੇ ਤੇ ਖਾਸ ਕਰਕੇ ਪੰਜਾਬ ਦੇ ਕਿਸਾਨ ਨੇ, ਜਿਹੜੀ ਭਾਰਤ ਵਿੱਚ ਆਰਥਿਕ ਮੰਦੀ ਸੀ ਉਸ ਸਮੇਂ, ਜਾਂ ਘੱਟੋ ਘੱਟ ਭੁੱਖਮਰੀ ਦੇ ਦਹਾਨੇ ਤੇ ਖੜਾ ਸੀਗਾ ਭਾਰਤ, ਉਹਨੂੰ ਉੱਥੋਂ ਬਾਹਰ ਕੱਢ ਕੇ ਸਭ ਦੇ ਪੇਟ ਭਰਨ ਜੋਗਾ ਜਿੱਥੇ ਪ੍ਰੋਡਿਊਸ ਪੈਦਾ ਕੀਤਾ, ਨਾਲ ਦੀ ਨਾਲ ਦੇਸ਼ ਦਾ ਸਨਮਾਨ ਵਧਾਇਆ। ਤੇ ਉਹਨਾਂ ਨੇ ਵੀ ਜੈ ਜਵਾਨ ਜੈ ਕਿਸਾਨ ਦਾ ਨਾਰਾ ਦੇ ਕੇ ਮੋੜਵੇਂ ਰੂਪ ਵਿੱਚ ਕਿਸਾਨ ਦੀ ਜਿਹੜੀ ਅਹਿਮੀਅਤ ਆ ਉਹਨੂੰ ਉਜਾਗਰ ਕੀਤਾ ਸੀ ਦੇਸ਼ ਵਿੱਚ। ਪਰ ਮੌਜੂਦਾ ਦੌਰ ਦੇ ਵਿੱਚ ਜਦੋਂ ਅਸੀਂ ਅੰਕੜੇ ਵੇਖਦੇ ਆ, GDP ਦੇ ਅੰਕੜਿਆਂ ਨਾਲ ਕੰਪੇਅਰ ਕਰਦੇ ਨੇ,
ਕਿ ਕਿਸਾਨੀ ਦਾ ਤੇ ਰੋਲ ਹੀ ਸਾਰਾ 8-7% ਰਹਿ ਜਾਂਦਾ ਦੇਸ਼ ਦੀ GDP ਦੇ ਵਿੱਚ, ਤੇ ਉਹ ਭੁੱਲ ਜਾਂਦੇ ਨੇ ਕਿ ਇਹ ਵਪਾਰ ਨਹੀਂਗਾ, ਇਸ ਕਰਕੇ GDP ਦੇ ਵਿੱਚ ਇਹਦਾ ਕੋਈ ਮੇਜਰ ਰੋਲ ਨਹੀਂ ਹੁੰਦਾ। ਕਿਸਾਨੀ ਕਦੇ ਵੀ ਵਪਾਰ ਨਹੀਂ ਰਿਹਾ, ਇਹ ਇੱਕ ਤਰ੍ਹਾਂ ਦਾ ਐਸਾ ਰੁਜ਼ਗਾਰ ਹੈ ਜਿਹਦੇ ਵਿੱਚ ਪਰਿਵਾਰ ਪੂਰੀ ਸਖਤ ਮਿਹਨਤ ਕਰਦੇ ਨੇ, ਤੇ ਜਿਹੜੀ ਉਹਨਾਂ ਦੀ ਜੇ ਉਹਦੇ ਵਿੱਚੋਂ ਉਹਨਾਂ ਦੀ ਪਰਿਵਾਰ ਦੀ ਲੇਬਰ ਦਾ ਪਾਰਟ ਕੱਢ ਲਈਏ ਤੇ ਇਹ ਧੰਦਾ ਹਮੇਸ਼ਾ ਤੋਂ ਘਾਟੇ ਬੰਦਾ ਰਿਹਾ। ਤੇ ਫਿਰ ਬੜਾ ਮਿਹਣਾ ਮਾਰਿਆ ਜਾਂਦਾ ਜੇ ਘਾਟੇ ਬੰਦਾ ਧੰਦਾ ਆ ਤੇ ਫਿਰ ਤੁਸੀਂ ਇਹਨੂੰ ਛੱਡ ਕਿਉਂ ਨਹੀਂ ਦਿੰਦੇ। ਸ਼ਹਿਰੀ ਵਰਗ ਜਿਹੜਾ ਜਿਹਨੂੰ ਇਸ ਚੀਜ਼ ਦੀ ਨਹੀਂ ਸਮਝ, ਉਹ ਕਹਿੰਦਾ ਹੈ ਕਿ ਜੇ ਘਾਟੇ ਬੰਦਾ ਹੈ ਤੇ ਫਿਰ ਇਹਨੂੰ ਛੱਡ ਕੇ ਹੋਰ ਕੁਝ ਕਰ ਲਓ। ਇਹ ਤੇ ਉਹੋ ਜਿਹਾ ਤਰਕ ਦੇ ਦਿੰਦੇ ਨੇ ਜਿੱਦਾਂ ਦਾ ਕਿਸੇ ਪੁਰਾਣੇ ਸਮਿਆਂ 'ਚ ਕੋਈ ਇੰਦਰਾ ਗਾਂਧੀ ਨਾਲ ਜੋੜਦਾ ਜਾਂ ਕਿਸੇ ਨਾਲ ਹੋਰ ਨਾਲ ਜੋੜਦਾ ਹੈ ਕਿ ਕਿਹਾ ਜਾਂਦਾ ਸੀ ਕਿ ਦੇਸ਼ ਵਿੱਚ ਅੰਨ ਦਾ ਕਾਲ ਹੈ, ਰੋਟੀ ਨਹੀਂ ਮਿਲ ਰਹੀ, ਤੇ ਉਸ ਲੀਡਰ ਦੀ ਧੀ ਜਾਂ ਬੇਟੇ ਨੇ ਕਿਹਾ ਸੀ ਰੋਟੀ ਨਹੀਂ ਮਿਲਦੀ ਤੇ ਕੋਈ ਨਹੀਂ ਉਹ ਬ੍ਰੈਡ ਖਾ ਲਿਆ ਕਰਨ। ਸੋ ਇਸ ਤਰ੍ਹਾਂ ਦੇ ਤਰਕ ਜਿਹੜੇ ਆ ਉਹ ਭਾਰਤ ਵਿੱਚ ਵੀ ਚੱਲਦੇ ਰਹੇ ਨੇ। ਪਰ ਜਿਹੜਾ ਇਹ ਹੁਣ ਦੇ ਦੌਰ ਵਿੱਚ ਜਦੋਂ GDP ਦੇ ਅੰਕੜਿਆਂ ਨਾਲ ਜੋੜ ਕੇ ਦਿਖਾਉਂਦੇ ਨੇ ਤੇ ਕਿਸਾਨੀ ਬੜਾ ਨਿਗੁਣਾ ਜਿਹਾ ਧੰਦਾ ਲੱਗਦਾ ਵੀ ਇਹਦੇ ਨਾਲ ਤਾਂ ਕੁਝ ਹੁੰਦਾ ਹੀ ਨਹੀਂ ਦੇਸ਼ ਨੂੰ, ਪਰ ਇਹ ਭੁੱਲ ਜਾਂਦੇ ਨੇ ਕਿ ਇਹ ਧੰਦਾ ਨਹੀਂ ਆ, ਇਹ ਇੱਕ ਤਰ੍ਹਾਂ ਦਾ ਇੱਕ ਰਹਿਤ ਹੈ, ਸਾਡਾ ਸੱਭਿਆਚਾਰ ਆ, ਇਹਦੇ ਨਾਲ ਅਸੀਂ ਬਹੁਤ ਕੁਝ ਜੋੜ ਕੇ ਰੱਖਿਆ ਹੋਇਆ। ਜਿਹੜੀ ਤੁਸੀਂ ਲੀਡਰਸ਼ਿਪ ਦੀ ਕ੍ਰੈਡੀਬਿਲਿਟੀ ਦੀ ਗੱਲ ਕੀਤੀ ਹੈ ਨਾ ਜੀ, ਲੀਡਰ ਦੇ ਵਕਾਰ ਦੀ ਗੱਲ ਕੀਤੀ ਹੈ, ਲਾਲ ਬਹਾਦਰ ਸ਼ਾਸਤਰੀ ਦਾ ਇੰਨਾ ਵੱਡਾ ਵਕਾਰ ਸੀਗਾ ਇਸ ਕਰਕੇ ਸੀਗਾ ਕਿਉਂਕਿ ਉਹ ਇਮਾਨਦਾਰ ਸੀ। ਉਹ ਆਮ ਲੋਕਾਂ ਵਿੱਚੋਂ ਗਰੀਬੀ ਵਿੱਚੋਂ ਉੱਠਿਆ ਸੀਗਾ ਔਰ ਉਹਦੇ ਮਤਲਬ ਉਹਦੇ ਬਾਰੇ ਬੜੀਆਂ ਮਸ਼ਹੂਰ ਗੱਲਾਂ ਹੈਗੀਆਂ ਕਿ ਉਹ ਜਦੋਂ ਰੇਲਵੇ ਮਿਨਿਸਟਰ ਸੀਗਾ ਨਾ, ਰੇਲਵੇ ਦਾ ਇੱਕ ਐਕਸੀਡੈਂਟ ਹੋਇਆ ਤੇ ਉਹਨੇ ਰਿਜ਼ਾਈਨ ਕਰਤਾ ਸੀਗਾ ਕਿ ਇਹ ਮੇਰੀ ਜ਼ਿੰਮੇਵਾਰੀ ਆ ਵੀ ਇਹ ਐਕਸੀਡੈਂਟ ਹੋ ਗਿਆ। ਫਿਰ ਉਹ ਜਦੋਂ ਪ੍ਰਧਾਨ ਮੰਤਰੀ ਬਣੇ ਆ ਤਾਂ ਉਸ ਵੇਲੇ ਉਹਨਾਂ ਨੇ ਕੋਈ ਜਿਹੜੀ ਲਗਜ਼ਰੀ ਗੱਲ ਹੈਗੀ ਆ ਇਸ ਕਿਸਮ ਦੀ ਨਹੀਂ ਲਈ ਹੈਗੀ, ਤੇ ਇੱਕ ਫੀਐਟ ਕਾਰ ਜਿਹੜੀ ਹੈਗੀ ਆ ਜ਼ਰੂਰ ਉਹਨਾਂ ਨੇ ਆਪਣੀ ਤਨਖਾਹ ਜਾਂ ਕਿਸ਼ਤਾਂ ਦੇ ਕਰਕੇ ਵਿੱਚ ਲੈ ਲਈ ਸੀਗੀ। ਹੁਣ ਤੁਸੀਂ ਦੇਖੋ ਨਾ ਕਿੱਥੇ ਲਾਲ ਬਹਾਦਰ ਸ਼ਾਸਤਰੀ ਜਿਹੜੇ ਜਦੋਂ ਅੰਨ ਦਾ ਸੰਕਟ ਪਿਆ ਉਦੋਂ ਨਾਲ ਹੀ ਕੋਇਨਸੀਡੈਂਸਲੀ 65 ਵਾਲੀ ਲੜਾਈ ਵੀ ਹੋਈ ਸੀ। ਉਹਨਾਂ ਨੇ ਕਿਹਾ ਵੀ ਦੋ ਧਿਰਾਂ ਜਿਹੜੀਆਂ ਦੇਸ਼ ਨੂੰ ਅੱਗੇ ਲਿਜਾ ਕਰਦੀਆਂ, ਇੱਕ ਕਿਸਾਨ ਹੈ ਜਿਹੜਾ ਅੰਨ ਪੈਦਾ ਕਰਦਾ ਤੇ ਇੱਕ ਜਵਾਨ ਹੈ ਜਿਹੜਾ ਦੇਸ਼ ਦੀ ਰਾਖੀ ਕਰਦਾ। ਸੋ ਉਹਨੇ ਵਾਜਬ ਤੌਰ ਦੇ ਉੱਤੇ ਨਾਅਰਾ ਦਿੱਤਾ, ਜੈ ਜਵਾਨ ਜੈ ਕਿਸਾਨ। ਜਵਾਨ ਜਿਹੜਾ ਉਹ ਦੇਸ਼ ਦੀ ਰਾਖੀ ਕਰੇਗਾ, ਕਿਸਾਨ ਜਿਹੜਾ ਉਹ ਦੇਸ਼ ਦਾ ਢਿੱਡ ਭਰੇਗਾ। ਉਸੇ ਕਰਕੇ ਤੁਹਾਨੂੰ ਯਾਦ ਹੋਣਾ ਕਿ ਕੁਇੰਟਲ ਦੇ ਹਿਸਾਬ ਨਾਲ ਉਹਦੇ ਵਿੱਚ ਪੰਜਾਬ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਸੀਗੀ। ਸੋਨਾ ਜਿਹੜਾ ਹੈਗਾ ਜੀ ਉਹ ਉਸ ਵੇਲੇ ਇਕੱਠਾ ਜਿਹੜਾ ਕੀਤਾ ਆਪਣੇ ਆਰਥਿਕਤਾ ਨੂੰ ਠੀਕ ਕਰਨ ਲਈ ਕਿ ਦੇਸ਼ ਤੇ ਸਾਡੇ ਤੇ ਹਮਲਾ ਹੋਇਆ ਹੈਗਾ। ਫਿਰ ਜਿਹੜੇ ਕਰੋੜਾਂ ਰੁਪਈਏ ਵੀ ਲੋਕਾਂ ਨੇ ਦਿੱਤੇ, ਲੋਕਾਂ ਨੇ ਔਰਤਾਂ ਨੇ ਆਪਣੇ ਗਹਿਣੇ ਲਾ ਕੇ ਦੇ ਦਿੱਤੇ। ਵੀ ਕਾਹਦੇ ਕਰਕੇ ਦੇ ਦਿੱਤੇ? ਕਿਉਂਕਿ ਇੱਕ ਵਪਾਰੀ ਲੀਡਰ ਜਿਹੜਾ ਹੈਗਾ, ਦੇਸ਼ ਦਾ ਭਲਾ ਚਾਹੁਣ ਵਾਲਾ ਲੀਡਰ ਜਿਹੜਾ ਉਹ ਸੌਰੀ ਹੁਣ ਉਹਦੇ ਮੁਕਾਬਲੇ ਤੇ ਇਹ ਦੇਖੋ ਕਿ ਸਾਡੇ ਜਿਹੜੇ ਵਰਤਮਾਨ ਪ੍ਰਧਾਨ ਮੰਤਰੀ ਆ ਉਹਨਾਂ ਦੀ ਬਦਕਿਸਮਤੀ ਨਾਲ ਕੀ ਕ੍ਰੈਡੀਬਿਲਿਟੀ ਆ। ਉਹ ਸ਼ਾਸਤਰੀ ਜਿਹੜੀ ਫਟੀ ਧੋਤੀ ਆ ਉਹ ਵੀ ਲਾ ਦਿੰਦੇ ਸੀਗੇ, ਤੇ ਇਹ ਨਵੇਂ ਤੋਂ ਨਵੇਂ ਸੂਟ ਜਿਹੜੇ ਆ ਉਹਨੇ ਲੈਣੇ ਆ। ਔਰ ਇਹ ਕਿਤੇ ਸਰਵੇ ਹੋਇਆ ਹੈ, ਮੈਨੂੰ ਤਾਂ ਇਹਦੇ ਬਾਰੇ ਬਹੁਤਾ ਪਤਾ ਨਹੀਂਗਾ ਵੀ ਸਾਡੇ ਵਰਤਮਾਨ ਪ੍ਰਧਾਨ ਮੰਤਰੀ ਜਿਹੜੇ ਆ ਮੋਦੀ ਸਾਹਿਬ ਇਹ ਦਿਹਾੜੀ 'ਚ 56 ਝੂਠ ਬੋਲਦੇ ਆ। ਔਰ ਇੱਕ ਪ੍ਰਧਾਨ ਮੰਤਰੀ ਲਈ ਵੱਖਰਾ ਨਿਵਾਸ ਜਿਹੜਾ ਉਹ ਬਣਾਉਣ ਤੁਰੇ ਹੈਗੇ ਆ, ਪ੍ਰੋਜੈਕਟ ਸ਼ੁਰੂ ਹੋਇਆ, ਨਵਾਂ ਪਾਰਲੀਮੈਂਟ ਹਾਊਸ ਬਣਾਉਣਾ ਹੈਗਾ। ਜਿਨ੍ਹਾਂ ਚੀਜ਼ਾਂ ਦੀ ਕੋਈ ਜ਼ਰੂਰਤ ਨਹੀਂ ਹੈ ਉਹਦੇ ਉੱਤੇ ਖਰਚ ਕਰ ਰਹੇ ਆ ਆਪਣੀ ਭਾਲ ਬਣਾਉਣ ਵਾਸਤੇ ਕਿ ਮੈਨੂੰ ਇਤਿਹਾਸ ਦੇ ਵਿੱਚ ਇੱਕ ਉਸ ਬਾਦਸ਼ਾਹ ਦੇ ਤੌਰ ਤੇ ਯਾਦ ਕੀਤਾ ਜਾਵੇ ਕਿ ਜਿਹਨੇ ਦੇਸ਼ ਦਾ ਬੇੜਾ ਗਰਕ ਕੀਤਾ ਤੇ ਆਪਣੇ ਲਈ ਇਹਦੀਆਂ ਸਹੂਲਤਾਂ ਜਿਹੜੀਆਂ ਉਹ ਪੈਦਾ ਕੀਤੀਆਂ। ਸੋ ਜਿਹੜੀ ਤੁਸੀਂ ਪਹਿਲੀ ਗੱਲ ਕੀਤੀ ਸੀਗੀ ਉਹ ਮੈਂ ਮਹਿਸੂਸ ਕਰਦਾ ਕਿ ਲੀਡਰ ਦਾ ਵਕਾਰ ਗੱਲਾਂ ਨਾਲ ਨਹੀਂ ਬਣਦਾ। ਗੱਲਾਂ ਕਰਨ ਨੂੰ ਤਾਂ ਸਾਡੇ ਪ੍ਰਧਾਨ ਮੰਤਰੀ ਬਹੁਤ ਤਗੜੇ ਆ। ਉਹ ਤਾਂ ਜਿਹੜਾ ਸਿਕੰਦਰ ਨੇ ਹਮਲਾ ਕੀਤਾ ਹੈ ਨਾ ਤੇ ਉਸ ਨੇ ਉਹਨੂੰ ਪੰਜਾਬ ਦੇ ਵਿੱਚ ਡੱਕ ਲਿਆ ਸੀਗਾ, ਤੇ ਸਾਡੇ ਮੋਦੀ ਸਾਹਿਬ ਦੇ ਮੁਤਾਬਕ ਸਿਕੰਦਰ ਜਿਹੜਾ ਉਹ ਬਿਹਾਰ ਤੱਕ ਪਹੁੰਚ ਗਿਆ ਸੀਗਾ। ਉਹ ਇਸ ਕਿਸਮ ਦੀਆਂ ਗੱਲਾਂ ਵੀ ਚੱਲਦੀਆਂ। ਗੁਰੂ ਨਾਨਕ ਦੇਵ ਜੀ, ਕਬੀਰ ਤੇ ਗੋਰਖਨਾਥ ਇਕੱਠੇ ਬਹਿ ਕੇ ਗੋਸ਼ਟੀਆਂ ਕਰਦੇ ਸੀਗੇ, ਜਿਨ੍ਹਾਂ ਦਾ 500 ਸਾਲ ਦਾ ਫਰਕ ਹੈ ਇੱਕ ਦੂਜੇ ਵਿੱਚ। ਉਹ
ਇਹ ਜਿਹੜੀ ਕ੍ਰੈਡੀਬਿਲਿਟੀ ਹੈਗੀ ਹੈ, ਜਿਹੜਾ ਵਕਾਰ ਆ, ਜਿਹੜੀ ਬੰਦੇ ਦੀ ਪਰਸਨੈਲਿਟੀ ਆ, ਉਹਦੇ ਕਰਕੇ ਆਪਣੇ ਸ਼ਾਸਤਰੀ ਜੀ ਦਾ ਔਰ ਮੋਦੀ ਜੀ ਦਾ ਕੋਈ ਮੁਕਾਬਲਾ ਜਿਹੜਾ ਨਹੀਂ ਬਣਦਾ। ਉਹ ਦੇਸ਼ ਲਈ ਸੋਚਦੇ ਸੀ, ਲੋਕਾਂ ਲਈ ਸੋਚਦੇ ਸੀਗੇ। ਇਹ ਮੈਂ ਮਹਿਸੂਸ ਕਰਦਾ ਕਿ ਜ਼ਿਆਦਾ ਆਪਣੇ ਲਈ ਸੋਚਦੇ ਆ, ਆਪਣੀ ਪਾਰਟੀ ਲਈ ਵੀ ਉਹਨਾਂ ਨੇ ਸੋਚਦੇ। ਪਾਰਟੀ ਦੇ ਅੰਦਰ ਬਹੁਤ ਸਾਰੀਆਂ ਸਲਾਹਾਂ ਇਹਨਾਂ ਨੂੰ ਦਿੱਤੀਆਂ ਜਾਂਦੀਆਂ ਜਿਹਨਾਂ ਨੂੰ ਮੰਨਦੇ ਨਹੀਂਗੇ। ਸੋ ਇਸ ਕਰਕੇ ਜੀ ਕ੍ਰੈਡੀਬਿਲਿਟੀ ਜਿਹੜੀ ਆ ਉਹ ਲੀਡਰ ਦੀ ਉਹ ਮੈਟਰ ਕਰਦੀ ਹੈਗੀ ਆ ਜੀ। ਪ੍ਰੋਫੈਸਰ ਸਾਹਿਬ, ਵੈਸੇ ਤੇ ਵਿਸ਼ੇ ਤੋਂ ਆਪਾਂ ਲੰਬੇ ਵਾਲੇ ਪਾਸੇ ਤੁਰ ਪਏ। ਮੋਦੀ ਸਾਹਿਬ ਦੀ ਕ੍ਰੈਡੀਬਿਲਿਟੀ ਔਰ ਜੇ ਹੀ ਕੰਪੇਅਰ ਵੀ ਕਰਨ ਬਹਿ ਗਏ ਇਹਨਾਂ ਨੂੰ ਲਾਲ ਬਹਾਦਰ ਸ਼ਾਸਤਰੀ ਵਰਗੇ ਵਿਅਕਤੀ ਨਾਲ, ਨਿੱਕੇ ਹੁੰਦੇ ਪ੍ਰਾਇਮਰੀ ਸਕੂਲ ਦੀਆਂ ਕਿਤਾਬਾਂ 'ਚ ਆਪਾਂ ਪੜ੍ਹਦੇ ਹੁੰਦੇ ਸੀਗੇ ਕਿ ਲਾਲ ਬਹਾਦਰ ਸ਼ਾਸਤਰੀ ਕਿੱਦਾਂ ਆਪਣੇ ਪਿੰਡ ਤੋਂ 8 ਕਿਲੋਮੀਟਰ 10 ਕਿਲੋਮੀਟਰ ਦੂਰ ਪੈਦਲ ਤੁਰ ਕੇ ਪ੍ਰਾਇਮਰੀ ਸਕੂਲ 'ਚ ਪੜ੍ਹਦੇ ਸੀਗੇ। ਇੱਕ ਰਸਤੇ 'ਚ ਨਾਲਾ ਜਾਂ ਵੱਡੀ ਨਦੀ ਪੈਂਦੀ ਸੀ ਜਿੱਥੇ ਉਹਨਾਂ ਨੂੰ ਕੱਪੜੇ ਉਤਾਰ ਕੇ ਲੰਘਣਾ ਪੈਂਦਾ ਸੀਗਾ। ਤੇ ਬਿਲਕੁਲ ਉਸੇ ਤਰ੍ਹਾਂ ਦਾ ਬਿਰਤਾਂਤ ਜਿਹੜਾ ਵਾ ਉਹ ਮੋਦੀ ਬਾਰੇ ਸਿਰਜਿਆ ਗਿਆ ਕਿ ਇਹ ਵੀ ਬਚਪਨ ਦੇ ਵਿੱਚ ਬੜੇ ਦਿਆਲੂ ਹੁੰਦੇ ਸੀਗੇ। ਛੱਪੜ 'ਚ ਨਹਾਉਣ ਜਾਂਦੇ ਸੀ, ਉੱਥੋਂ ਕ੍ਰੋਕੋਡਾਈਲ ਦਾ ਬੱਚਾ ਫੜ ਕੇ ਲਏ ਤੇ ਉਹਨੂੰ ਘਰ ਲੈ ਆਂਦਾ। ਫਿਰ ਉਹਨਾਂ ਦੀ ਮਾਤਾ ਉਹਨਾਂ ਨੂੰ ਮਨਾ ਕੀਤਾ, ਫਿਰ ਉਹਨੂੰ ਜਾ ਕੇ ਪਾਣੀ 'ਚ ਇਹੋ ਜਿਹੀਆਂ ਮਤਲਬ ਬਕਵਾਸ ਕਹਾਣੀਆਂ ਉਹਨਾਂ ਨਾਲ ਜੋੜੀਆਂ ਗਈਆਂ ਕਿ ਉਹ ਜਿਹੜੀਆਂ ਸ਼ਾਸਤਰੀ ਰੰਗੀਆਂ ਸੀ ਬਚਪਨ ਦੀਆਂ ਕਹਾਣੀਆਂ ਪੜ੍ਹੀਆਂ ਸੀਗੀਆਂ, ਜੇ ਉਹ ਹੁਣ ਉਹਦੇ ਨਾਲ ਵੇਖੀਏ ਤਾਂ ਲੱਗਦਾ ਕਿ ਸਾਰਾ ਕੁਝ ਯਾਰ ਸਾਨੂੰ ਝੂਠ ਹੀ ਚੱਲ ਪੜਾਇਆ ਜਾਂਦਾ। ਇਹ ਲੋਕ ਇਦਾਂ ਦੇ ਹੁੰਦੇ ਆ। ਦੂਜੇ ਪਾਸੇ ਨਹਿਰੂ ਸਾਹਿਬ ਤੇ ਮਹਾਤਮਾ ਗਾਂਧੀ ਜਨਾਹਿਰੀ ਜਿਹੜੇ ਫਰੀडम ਸਟਰਗਲ ਦੇ ਵਿੱਚ ਵੱਡੇ ਆਗੂ ਸੀਗੇ, ਇਹ ਖਾਂਦੇ ਪੀਂਦੇ ਘਰਾਂ ਚੋਂ ਸੀਗੇ। ਨਹਿਰੂ ਦੇ ਪਿਤਾ ਜੀ ਮੋਤੀ ਲਾਲ ਨਹਿਰੂ ਵੀ ਵੱਡੇ ਵਕੀਲ ਸੀਗੇ, ਜਨਾਹ ਖੁਦ ਵੱਡੇ ਵਕੀਲ ਸੀਗੇ। ਔਰ ਗਾਂਧੀ ਦੀ ਫੈਮਿਲੀ ਵੀ ਸਾਡੇ ਕੁਝ ਦੇ ਪਰਿਵਾਰ ਚੋਂ ਸੀ, ਤਾਂ ਹੀ ਤੋਂ ਇੰਗਲੈਂਡ ਪੜ੍ਹਨ ਗਏ ਸੀ ਜਾਂ ਸਾਊਥ ਅਫਰੀਕਾ ਗਏ ਸੀਗੇ। ਉਹਨਾਂ ਦਿਨਾਂ ਦੇ ਵਿੱਚ ਇੱਕ ਸਧਾਰਨ ਵਿਅਕਤੀ ਦਾ ਬਾਹਰਲੇ ਮੁਲਕਾਂ ਜਾ ਕੇ ਐਜੂਕੇਸ਼ਨ ਲੈ ਲੈਣਾ ਨਿੱਕੀ ਦੀ ਗੱਲ ਨਹੀਂ ਸੀਗੀ। ਇਹਦਾ ਮਤਲਬ ਕਿ ਉਹ ਲੋਕ ਜਿਹੜੇ ਸੀਗੇ ਉਹ ਸਰਦੇ ਪੁੱਲਦੇ ਘਰਾਂ ਚੋਂ ਆਏ ਸੀਗੇ। ਪਰ ਸ਼ਾਸਤਰੀ ਰੀਤਾਂ ਸਾਡੇ ਵਰਗੇ ਉਹਨਾਂ ਗਰੀਬ ਘਰਾਂ ਚੋਂ ਝੁੱਗੀਆਂ ਝੌਂਪੜੀਆਂ ਤੋਂ ਉੱਠ ਕੇ ਆਏ ਤੇ ਤਾਂ ਹੀ ਉਹਨਾਂ ਨੇ ਕੋਈ ਨਾ ਕੋਈ ਜਿਹੜਾ ਸੀਗਾ ਉਹਨਾਂ ਲੋਕਾਂ ਬਾਰੇ ਕੁਝ ਸੋਚਿਆ ਜਾਂ ਦੇਸ਼ ਨੂੰ ਸਹੀ ਸੇਧ ਦੇਣ 'ਚ ਕਾਮਯਾਬ ਰਹੇ। ਸਹੀ ਗੱਲ ਹੈ, ਬਿਲਕੁਲ ਠੀਕ ਹੈ ਜੀ। ਤੇ ਹੁਣ ਤੁਸੀਂ ਕਿਸਾਨੀ ਅੰਦੋਲਨ ਦੀ ਵੀ ਕੋਈ ਗੱਲ ਆਪਾਂ ਕਰੀਏ ਜੀ। ਕਿਸਾਨੀ ਅੰਦੋਲਨ ਦੀਆਂ ਮੈਂ 2-4 ਗੱਲਾਂ ਤੁਹਾਡੇ ਨਾਲ ਕਰਨੀਆਂ ਨੇ 10 ਮਿੰਟ ਹੋਰ ਵਿੱਚ। ਸਭ ਤੋਂ ਪਹਿਲਾਂ ਤੇ ਅਸੀਂ ਬਚਪਨ ਤੋਂ ਦੇਖਦੇ, ਬਚਪਨ ਤੋਂ ਮਤਲਬ ਜਦੋਂ ਤੋਂ ਗ੍ਰੀਨ ਰੈਵੋਲੂਸ਼ਨ ਦਾ ਆਪਾਂ ਜ਼ਿਕਰ ਕਰ ਰਹੇ ਹਾਂ ਤੇ ਖੇਤੀ 'ਚ ਪ੍ਰੋਡਕਸ਼ਨ ਵਧੀ ਆ ਤੇ ਉਦੋਂ ਤੋਂ ਕਿਸਾਨਾਂ ਦੀ ਮੁੱਖ ਮੰਗ ਰਹੀ ਆ ਕਿ ਜਿਹੜੇ ਮੰਡੀ ਸਿਸਟਮ ਆ ਉਹ ਢਾਂਚਾ ਉਸਰਿਆ ਵੀ, ਵੈਸੇ ਬਹੁਤ ਵਧੀਆ ਢਾਂਚਾ ਉਸਰਿਆ। ਤੇ ਕਿਸਾਨਾਂ ਦੀ ਮੇਨ ਮੰਗ ਰਹੀ ਆ ਕਿ ਸਾਡੀ ਜਿਹੜੀਆਂ ਜਿਣਸਾਂ ਦੇ ਭਾਅ ਆ ਉਹ ਸਾਨੂੰ ਖੁਦ ਤੈਅ ਕਰਨ ਦਿੱਤੇ ਜਾਣ। ਜੇ ਕੋਈ ਦੁਕਾਨਦਾਰ ਜਾਂ ਕੋਈ ਹੋਰ ਬੰਦਾ ਆਪਣੀ ਪ੍ਰੋਡਕਸ਼ਨ ਕਰਦਾ ਆ, ਕੋਈ ਪ੍ਰੋਡਕਟ ਮਾਰਕੀਟ 'ਚ ਲੈ ਕੇ ਆਉਂਦਾ ਆ ਤੇ ਉਹ ਆਪਣੀ ਮਨਮਰਜ਼ੀ ਦਾ ਭਾਅ ਕੱਢਦਾ ਆ, ਆਪਣਾ ਸਟੈਂਡਰਡ ਦੇ ਹਿਸਾਬ ਨਾਲ ਉਹਨੂੰ ਚੀਜ਼ ਨੂੰ ਵੇਚਦਾ। ਪਰ ਕਿਸਾਨੀ ਇੱਕ ਇਹੋ ਜਿਹੀ ਧੰਦਾ ਬਣ ਗਿਆ ਜਿਹਦੀ ਪ੍ਰੋਡਕਸ਼ਨ ਮਿਹਨਤ ਉਹਦੀ ਜੋ ਵੀ ਉਹਦੇ ਵਿੱਚ ਉਹਦੇ ਪਰਿਵਾਰ ਦੀ ਖੂਨ ਪਸੀਨੇ ਦੀ ਕਮਾਈ ਆ, ਉਹ ਕਰਨ ਤੋਂ ਬਾਅਦ ਜਦੋਂ ਮੰਡੀ 'ਚ ਲੈ ਜਾਂਦਾ ਤੇ ਉਹ ਇਹੀ ਕਹਿੰਦਾ ਕਿ ਮੈਂ ਜਿਣਸ ਮੰਡੀ ਸੁੱਟ ਆਇਆ। ਕਦੀ ਨਹੀਂ ਕਹਿੰਦਾ ਕਿ ਮੈਂ ਆਪਣੀ ਫਸਲ ਵੇਚ ਕੇ ਆਇਆ, ਮੰਡੀ ਸੁੱਟਣ ਜਾਣਾ ਹੈ ਜਾਂ ਸੁੱਟ ਕੇ ਆਇਆ ਵਾਂ, ਕਿਉਂਕਿ ਉਹਦੇ ਮਨ ਭਾਅ ਉਹਦੇ ਪਸੰਦ ਦਾ ਜਾਂ ਉਹਦੀ ਜਿਣਸ ਦੇ ਉਹਦੇ ਸਟੈਂਡਰਡ ਦੇ ਮੁਤਾਬਕ ਜਾਂ ਉਹਦੀ ਮਿਹਨਤ ਦੇ ਮੁਤਾਬਕ ਉਹਨੂੰ ਕਦੀ ਮੁੱਲ ਨਹੀਂ ਮਿਲਿਆ। ਫਿਰ ਰੌਲਾ ਪਿਆ ਕਿ ਇਹਦਾ ਭਾਅ ਜਿਹੜਾ ਆ ਪ੍ਰਾਈਸ ਇੰਡੈਕਸ ਦੇ ਨਾਲ ਜੁੜ। ਪਹਿਲਾ ਮੁੱਦਾ ਮੇਰਾ ਪੁਆਇੰਟ ਸੀਗਾ ਕਿ ਇਹਦਾ ਰੇਟ ਆਪ ਤੈਅ ਕਰ ਦਿੱਤਾ ਜਾਵੇ। ਦੂਜਾ ਇਹ ਸੀਗਾ ਕਿ ਇਹਨੂੰ ਪ੍ਰਾਈਸ ਇੰਡੈਕਸ ਦੇ ਨਾਲ ਜੋੜਿਆ ਜਾਏ ਕਿ ਮਹਿੰਗਾਈ ਦਰ ਜਿੰਨੀ ਵਧਦੀ ਆ ਕਿਸਾਨ ਦਾ ਜਿਹੜਾ ਪ੍ਰੋਡਿਊਸਰ ਉਹ ਵੀ ਉਸੇ ਰੇਸ਼ੋ 'ਚ ਵਧੇ। ਤੀਜਾ ਸਾਡੀ ਜਿਹੜੀ ਮੰਗ ਸੀਗੀ ਵੱਡੀ ਮੰਗ ਉਹ ਇਹ ਸੀ ਕਿ ਵਿੱਚੋਂ ਵਿਚੋਲੇ ਜਿਹੜੇ ਆ ਉਹ ਖਤਮ ਕੀਤੇ ਜਾਣ, ਸਾਨੂੰ ਸਿੱਧੀ ਪੇਮੈਂਟ ਸਰਕਾਰਾਂ ਕਰਨ। ਤੇ ਹੌਲੀ ਹੌਲੀ ਹਾਲਾਤ ਇਦਾਂ ਦੇ ਬਦਲੇ ਆ ਕਿ ਜਿਹੜੀਆਂ ਚੀਜ਼ਾਂ ਫਿਰ ਸੁਬਰਾਮਨਿਅਮ ਸਵਾਮੀ ਵਾਲੀ ਆ ਗਈ, ਉਹ ਸਵਾਮੀਨਾਥਨ ਵਾਲੀ ਰਿਪੋਰਟ ਆ ਗਈ ਤੇ ਉਹਦੇ ਵਿੱਚ ਕਿਹਾ ਗਿਆ ਕਿ ਘੱਟੋ ਘੱਟ 50% ਦੀ ਪ੍ਰੋਫਿਟ ਨਾਲ ਤੇ ਫਿਰ ਉਸ ਵਾਲੇ ਪਾਸੇ ਤੁਰ ਪਏ। ਤੇ ਹੁਣ ਹਾਲਾਤ ਇਹ ਬਣ ਗਏ ਕਿ ਜਿਹੜੀਆਂ ਮੰਗਾਂ ਅਸੀਂ ਮੰਗਦੇ ਸੀਗੇ ਉਹਨਾਂ ਨੂੰ ਸਰਕਾਰ ਨੇ ਟੂਲ ਬਣਾ ਕੇ ਇਦਾਂ ਦੇ ਕਾਨੂੰਨ ਲੈਣ ਦੇ ਕਿ ਹੁਣ ਜਿਹੜਾ ਕਿਸਾਨ ਆ ਉਹ ਖੋਲੀ ਕਹਿੰਦਾ ਆ ਕਿ ਮੈਨੂੰ ਆੜਤੀਆਂ ਤੋਂ ਵੱਖ ਨਾ ਕਰੋ, ਮੈਨੂੰ ਆੜਤੀ ਚਾਹੀਦੇ ਨੇ, ਮੈਨੂੰ ਸਿੱਧੀ ਪੇਮੈਂਟ ਨਹੀਂ ਚਾਹੀਦੀ। ਤੇ ਨਾ ਹੀ ਉਹ ਹੁਣ ਪ੍ਰਾਈਸ ਇੰਡੈਕਸ ਵਾਲੀ
ਮੰਗ ਕਰ ਰਿਹਾ। ਹੁਣ ਹਾਲਾਤ ਇਹ ਬਣ ਗਿਆ ਕਿ ਮੈਨੂੰ ਘੱਟੋ ਘੱਟ ਜਿਹੜੀ ਮਿਨੀਮਮ ਦੇ ਰਹੇ ਸੀ ਉਹ ਹੀ ਤੇ ਦਿੰਦੇ ਰਹੋ। ਸੋ ਇਹ ਤੇ ਹਾਲਾਤ ਬਣੇ ਆ ਜਿਹਦੇ ਕਰਕੇ ਏਡਾ ਵੱਡਾ ਮੋਰਚਾ ਲੱਗਿਆ ਆ। ਇਹਨੂੰ ਹੁਣ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਜੀ, ਜਿੱਥੋਂ ਤੱਕ ਤਾਂ ਇਸ ਗੱਲ ਦਾ ਸਵਾਲ ਹੈਗਾ ਕਿ ਕਿਸਾਨ ਨੂੰ ਉਹਦੀ ਜਿਹੜੀ ਪ੍ਰੋਡਿਊਸ ਆ ਉਹਦੀ ਕੀਮਤ ਨਿਰਧਾਰਿਤ ਕਰਨ ਦਾ ਅਧਿਕਾਰ ਦਿੱਤਾ ਜਾਵੇ, ਇਹ ਬਿਲਕੁਲ ਵਾਜਬ ਆ। ਔਰ ਜੋ ਪਹਿਲਾਂ ਤੁਸੀਂ ਇੱਕ ਜ਼ਿਕਰ ਕਰ ਰਹੇ ਸੀਗੇ ਕਿ ਕਿਸਾਨੀ ਜਿਹੜੀ ਹੈ ਲਾਹੇਵੰਦਾ ਧੰਦਾ ਨਹੀਂ, ਇਹ ਬਿਲਕੁਲ ਦਰੁਸਤ ਆ ਕਿ ਜਿਹਦੇ ਵਿੱਚ ਤੁਸੀਂ ਆਮ ਜ਼ਿਮੀਂਦਾਰਾਂ ਨਾਲ ਜੇ ਗੱਲ ਕਰੋ ਤਾਂ ਉਹ ਇਹੀ ਕਹਿਣਗੇ ਜੀ ਕਿ ਬਈ ਸਾਡੇ ਕੋਲ ਹੋਰ ਕੋਈ ਚਾਰਾ ਨਹੀਂ ਹੈ, ਅਸੀਂ ਤਾਂ ਜ਼ਮੀਨ ਫੁੱਲਣੀ ਆ, ਮਤਲਬ ਹਲ ਹੋਣ ਕੋਈ ਤਾਂ ਕਹਿੰਦੇ ਆ। ਤੇ ਜਿਹੜੀ ਸਵਾਮੀਨਾਥਨ ਦੀ ਰਿਪੋਰਟ ਹੈਗੀ ਆ ਉਹ ਕਿਹੜੀ ਲਾਗੂ ਕੀਤੀ ਗਈ ਆ? ਜਾਂ ਕਹਾਵਤ ਹੁੰਦੀ ਸੀ ਪ੍ਰਸਾ, ਕਹਾਵਤ ਹੁੰਦੀ ਸੀ ਵੀ ਕਾਈਆਂ ਦੇ ਪੁੱਤਾਂ ਕਾਈ ਗੋਤਣਾ, ਅਸੀਂ ਕੀ ਕਰਨਾ, ਇਹ ਕਿਹੜਾ ਡੀਸੀ ਲੱਗ ਜਾਣਾ। ਆਮ ਤੌਰ ਤੇ ਪਿੰਡੂ ਲੋਕ ਇਦਾਂ ਦਾ ਮੁਹਾਵਰੇ ਵਰਤਿਆ ਕਰਦੇ ਸੀਗੇ। ਸਰ ਸ਼ੁਕਰਾਮ ਜਿਹੜੇ ਅੱਜ ਜਦੋਂ ਮੰਤਰੀ ਸੀਗੇ ਨਾ, ਉਸ ਵੇਲੇ ਕਹਿੰਦੇ ਵੀ ਵਾਇਸਰਾਏ ਨੇ ਉਹਨਾਂ ਨੂੰ ਬੁਲਾਇਆ, ਉਹਨੇ ਕਿਹਾ ਵੀ ਕਿਸਾਨਾਂ ਦੀ ਜਿਹੜੀ ਆ ਉਹ ਸਾਨੂੰ ਜ਼ਰੂਰਤ ਹੈਗੀ ਆ ਪ੍ਰੋਡਿਊਸ ਦੀ, ਤੇ ਉਹ ਕਹਿੰਦੇ ਵੀ ਪ੍ਰੋਡਿਊਸ ਤੁਹਾਨੂੰ ਦੇ ਦਾਂਗੇ ਵਾਇਸਰਾਏ ਸਾਹਿਬ, ਪਰ ਕੀਮਤ ਉਹਦੀ ਜਿਹੜੀ ਆ ਉਹ ਕਿਸਾਨ ਨਿਸ਼ਚਿਤ ਕਰਨਗੇ। ਔਰ ਵਾਇਸਰਾਏ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਹਾ ਵੀ ਇਹ ਤੇਰਾ ਮੰਤਰੀ ਜਿਹੜਾ ਹੈ ਇਹ ਕਿੱਦਾਂ ਦੀ ਗੱਲ ਕਰਦਾ ਹੈਗਾ ਵੀ ਇਹਦਾ ਜੇ ਤੁਸੀਂ ਨਾ ਦੇਵੋਗੇ ਅਸੀਂ ਫੌਜ ਭੇਜ ਦੇਵਾਂਗੇ। ਤੇ ਉਹਨੇ ਛੋਟੂ ਰਾਮ ਨੇ ਇਹ ਜਵਾਬ ਦਿੱਤਾ ਸੀਗਾ ਵੀ ਤੁਸੀਂ ਫੌਜ ਭੇਜ ਦੋਗੇ ਤੇ ਕਿਸਾਨ ਜਿਹੜੇ ਹੈਗੇ ਉਹ ਬਗਾਵਤ ਕਰ ਦੇਣਗੇ। ਉਹਨਾਂ ਨੇ ਵੀ ਮੁੱਖ ਮੰਤਰੀ ਨੂੰ ਕਿਹਾ ਵੀ ਤੇਰਾ ਮੰਤਰੀ ਏਦਾਂ, ਉਹ ਕਹਿੰਦੇ ਜੀ ਮੇਰਾ ਮੰਤਰੀ ਏਦਾਂ ਦਾ ਹੀ ਆ। ਮਤਲਬ ਕਹਿਣ ਦਾ ਇਹ ਆ ਕਿ ਜਿਹੜੀ ਕਿਸਾਨ ਨੂੰ ਆਪਣੀ ਪ੍ਰੋਡਿਊਸ ਦੀ ਕੀਮਤ ਨਿਸ਼ਚਿਤ ਕਰਨ ਦਾ ਅਧਿਕਾਰ ਦੇਣਾ ਆ, ਇਹ ਆਜ਼ਾਦੀ ਤੋਂ ਪਹਿਲਾਂ ਵੇਲੇ ਤੋਂ ਚੱਲਦਾ ਆ ਰਿਹਾ ਹੈਗਾ। ਔਰ ਕਿਸਾਨ ਵਾਜਬ ਤੌਰ ਤੇ ਇਹ ਦਲੀਲ ਦਿੰਦੇ ਆ, ਕਿਸਾਨ ਜਥੇਬੰਦੀਆਂ ਇਹ ਦਲੀਲ ਦਿੰਦੀਆਂ ਕਿ ਹਰ ਬੰਦਾ ਜਿਹੜਾ ਹੈਗਾ ਉਹ ਭਾਵੇਂ ਦੁਕਾਨਦਾਰ ਆ, ਭਾਵੇਂ ਕੋਈ ਕੱਪੜਾ ਵੇਚਦਾ ਹੈ, ਕੋਈ ਹੋਰ ਚੀਜ਼ ਵੇਚਦਾ ਹੈ, ਉਹਨੇ ਆਪਣੀ ਕੀਮਤ ਜਿਹੜੀ ਉਹ ਨਿਸ਼ਚਿਤ ਕੀਤੀ ਹੈਗੀ ਆ। ਤੇ ਕਿਸਾਨ ਨੂੰ ਵੀ ਇਹ ਮੌਕਾ ਜਿਹੜਾ ਉਹ ਮਿਲਣਾ ਚਾਹੀਦਾ ਹੈ। ਔਰ ਜਿਹੜੀ ਹਟਾਉਣ ਵਾਲੀ ਗੱਲ ਸੀ ਨਾ, ਵਿਚੋਲਾ ਹਟਾਉਣ ਵਾਲੀ ਗੱਲ, ਹੁਣ ਆੜਤੀ ਜਿਹੜੇ ਹੈਗੇ ਆ ਜੀ ਉਹ ਜੇ ਮੈਂ ਨਹੀਂ ਕਹਿੰਦਾ, ਸੁਸ਼ਮਾ ਸਵਰਾਜ ਨੇ ਪਾਰਲੀਮੈਂਟ 'ਚ ਕਿਹਾ ਸੀਗਾ ਕਿ ਜਿਹੜੇ ਆੜਤੀ ਆ ਜੀ ਇਹ ਕਿਸਾਨ ਦਾ ATM ਹੈ। ਜਿੱਦਾਂ ਅਸੀਂ ATM ਤੋਂ ਜਾ ਕੇ ਪੈਸੇ ਕਢਾਉਂਦੇ ਆ, ਇੱਦਾਂ ਹੀ ਕਿਸਾਨ ਜਿਹੜਾ ਹੈ ਜਦੋਂ ਉਹਨੂੰ ਕਿਸੇ ਸਮਾਜਿਕ ਕੰਮਾਂ ਲਈ, ਕਿਤੇ ਮਤਲਬ ਵਿਆਹ ਸ਼ਾਦੀ ਲਈ, ਕਿਸੇ ਚੀਜ਼ ਦੀ ਵੀ ਲੋੜ ਉਹਨੂੰ ਪੈਂਦੀ ਆ ਤਾਂ ਉਹ ਆੜਤੀਏ ਕੋਲੋਂ ਜਾ ਕੇ ਲੈ ਆਉਂਦਾ, ਜਿੱਦਾਂ ਅਸੀਂ ਪੈਸੇ ATM ਤੋਂ ਕਢਾ ਲੈਂਦੇ ਹਾਂ। ਹੁਣ ਇਹ ਆੜਤੀਏ ਖਤਮ ਕਰਨ ਦਾ ਜਿਹੜਾ ਇਹ ਤਰੀਕਾ ਕੱਢਦੇ ਹੈਗੇ ਆ ਵੀ ਇਹ ਅਗਰ ਬੈਂਕ ਵਿੱਚ ਸਿੱਧੇ ਜਮ੍ਹਾਂ ਕਰਾ ਦਿੰਦੇ ਆ ਤੇ ਉਧਰੋਂ ਨਾਲ ਹੀ ਹਦਾਇਤ ਕਰ ਦਿੰਦੇ ਆ ਵੀ ਜਿਹੜੀ ਇਸ ਬੰਦੇ ਦੇ ਸਿਰ ਕਰਜ਼ਾ ਆ ਇਹ ਪੈਸੇ ਉਹਦੇ 'ਚ ਐਡਜਸਟ ਕਰ ਲਏ ਜਾਣ, ਤੇ ਜਿਹੜਾ ਕਿਸਾਨ ਹੈ ਜੀ ਉਹਨੇ ਕਿੱਧਰ ਜਾਣਾ ਹੈਗਾ, ਮਤਲਬ ਉਹ ਆਪਣਾ ਗੁਜ਼ਾਰਾ ਕਿੱਦਾਂ ਕਰੂਗਾ। ਸੋ ਇਸ ਕਿਸਮ ਦੀਆਂ ਦਿੱਤਾਂ ਜਿਹੜੀਆਂ ਹੈਗੀਆਂ ਇਹਨਾਂ ਨੇ ਸ਼ੁਰੂ ਕੀਤੀਆਂ। ਔਰ ਕਿਸਾਨ ਜਿਹੜੇ ਆ, ਖਾਸ ਕਰਕੇ ਜਿਹੜੇ ਕਿਸਾਨ ਆਗੂ ਆ, ਉਹ ਸਮਝਦਾਰ ਨੇ, ਉਹਨਾਂ ਨੇ ਸਾਰੇ ਤੱਥ ਕੱਢੇ ਆ। ਖਾਸ ਕਰਕੇ ਬਲਬੀਰ ਸਿੰਘ ਰਾਜੇਵਾਲ ਹੋਣੀ ਆ ਜਿਹੜੇ, ਇਹ ਕਿਉਂਕਿ ਸਰਕਾਰੀ ਕਮੇਟੀਆਂ ਦੇ ਵਿੱਚ ਵੀ ਰਹੇ ਆ, ਇਹਨਾਂ ਦਾ ਆਉਣ ਜਾਣ ਇਸ ਤਰੀਕੇ ਨਾਲ ਰਿਹਾ, ਉਹਦੇ ਵਾਰ-ਵਾਰ ਦੱਸਦੇ ਆ ਕਿ 2017 ਦੇ ਵਿੱਚ ਜਦੋਂ ਇਹ ਜ਼ਮੀਨਾਂ ਤੇ ਆਉਣ ਵਾਲਾ ਕਾਨੂੰਨ ਬਣਨ ਲੱਗਾ ਸੀਗਾ, ਇਹ ਰਾਜੇਵਾਲ ਹੋਣੀ ਕਹਿੰਦੇ ਆ ਵੀ ਮੈਂ ਭਾਈ ਫਿਰ ਉੱਥੇ ਖੜ ਗਿਆ, ਦਰਵਾਜ਼ੇ ਨੂੰ ਕੁੰਡੀ ਲਾ ਲਈ ਵੀ ਮੈਂ ਬਾਹਰ ਹੀ ਨਹੀਂ ਨਿਕਲ ਦੇਣਾ ਜਿੰਨਾ ਚਿਰ ਮੇਰੀ ਗੱਲ ਨਹੀਂ ਸੁਣਦੇ। ਉਹ ਇਸ ਤਰੀਕੇ ਨਾਲ ਇਹ ਗੱਲਾਂ ਜਿਹੜੀਆਂ ਹੈ ਟਾਈਮ ਟੂ ਟਾਈਮ ਖਾਸ ਕਰਕੇ ਕਿਸਾਨ ਆਗੂਆਂ ਨੇ ਇਹ ਕੈਲਕੂਲੇਟ ਕੀਤੀਆਂ ਹੈਗੀਆਂ। ਔਰ ਹੁਣ ਉਹ ਕੈਲਕੂਲੇਸ਼ਨ ਕਰਦੇ ਆ ਕਿ ਬਈ ਇੱਕ ਫਸਲ ਜਿਹੜੀ ਆ ਉਹਦੇ ਤੇ ਕਿੰਨਾ ਖਰਚ ਆਉਂਦਾ ਹੈਗਾ, ਔਰ ਉਹਦੇ ਵਿੱਚ ਜਿਹੜੀ ਲੇਬਰ ਹੈਗੀ ਆ ਪਰਿਵਾਰ ਦੇ ਵਿੱਚ, ਇਕੱਲਾ ਕਿਸਾਨ ਇੱਕ ਹਾਲੀ ਨਹੀਂ ਹੁੰਦਾ ਹੈਗਾ ਜਾਂ ਟਰੈਕਟਰ ਨਹੀਂ ਹੁੰਦਾ, ਉਹਦੀ ਵਾਈਫ ਜਿਹੜੀ ਆ ਉਹ ਵੀ ਕੰਟਰੀਬਿਊਟ ਕਰਦੀ ਆ, ਉਹਦੇ ਬੱਚੇ ਵੀ ਕੰਟਰੀਬਿਊਟ ਕਰਦੇ ਆ। ਸੋ ਇੱਦਾਂ ਕਰਕੇ ਇਹ ਕਿਸਾਨ ਦਾ ਹੱਕ ਆ ਕਿ ਉਹ ਆਪਣੀ ਪ੍ਰੋਡਿਊਸ ਦੀ ਕੀਮਤ ਜਿਹੜੀ ਆ ਉਹ ਆਪ ਨਿਸ਼ਚਿਤ ਕਰੇ। ਤੇ ਹੁਣ ਤਾਂ ਉਦੋਂ ਵੀ ਗਾਂ ਗੱਲ ਕਰ ਗਈ ਵੀ ਪ੍ਰੋਡਿਊਸ ਉਹਨੇ ਕਿੱਥੋਂ ਕਰਨੀ ਹੈ, ਉਹਦੀ ਜ਼ਮੀਨ ਹੀ ਹਥਿਆਉਣ ਦਾ ਜਿਹੜਾ ਉਹ ਮਨਸੂਬਾ ਬਣਾ ਲਿਆ ਗਿਆ। ਸੋ ਇਹ ਜਿਹੜਾ ਸੰਘਰਸ਼ ਹੈਗਾ ਜੀ ਇਹ ਜਿੱਥੇ ਇੱਕ ਜਾਗਰਤੀ
ਜਿਨ੍ਹਾਂ ਦੀ ਗੱਲ ਕੀਤੀ ਹੈ, ਜਿਹੜੇ ਕਿ ਕੌਣ ਮੁੱਦੇ ਰਹੇ ਜਾਂ ਜਿਨ੍ਹਾਂ ਨੂੰ ਕਦੀ ਫੋਰਫਰੰਟ ਤੇ ਹੋਣ ਨਹੀਂ ਦਿੱਤਾ ਗਿਆ, ਇਸ ਅੰਦੋਲਨ ਨੇ ਉਹ ਵੀ ਲਿਆਂਦੇ ਆ ਔਰ ਇਹ ਸਵਾਲ ਜਿਹੜੇ ਆ ਇਹ ਵੀ ਪੈਦਾ ਕੀਤੇ ਆ ਜੀ। ਪ੍ਰੋਫੈਸਰ ਸਾਹਿਬ, ਮੈਂ ਕੱਲ ਹੀ ਨਾ ਆਪਾਂ ਪ੍ਰੋਗਰਾਮ ਕਰਦੇ ਆ ਤੇ ਇਹਦੀ ਤਿਆਰੀ ਵਿੱਚੋਂ ਕਈ ਵਾਰ ਇੱਧਰ ਉੱਧਰ ਆਪਾਂ ਨੂੰ ਸਾਰਾ ਦੇਖਣਾ ਪੈਂਦਾ, ਤੇ ਮੈਂ ਭਾਰਤ ਦਾ ਨੈਸ਼ਨਲ ਚੈਨਲ ਵੇਖ ਰਿਹਾ ਸੀਗਾ ਤੇ ਖਾਸ ਕਰਕੇ ਡੀਡੀ ਪੰਜਾਬੀ ਜਲੰਧਰ ਵਾਲਾ ਚੈਨਲ ਵੇਖ ਰਿਹਾ ਸੀਗਾ। ਉਹਦੇ ਵਿੱਚ ਸਰਕਾਰੀ ਪੱਖ ਤੋਂ ਦਾਅਵਾ ਕੀਤਾ ਜਾ ਰਿਹਾ ਸੀਗਾ ਕਿ ਪਿਛਲੇ ਸਾਲ ਨਾਲੋਂ, ਮੈਂ ਹੁਣ ਐਗਜ਼ੈਕਟ ਉਹਦੀ ਫਿਗਰ ਭੁੱਲ ਗਿਆ, ਕਿੰਨੇ 100 ਮੀਟ੍ਰਿਕ ਟਨ ਵੱਧ ਕਣਕ ਜਿਹੜੀ ਆ ਉਹ ਪੰਜਾਬ ਸਰਕਾਰ ਨੇ ਖਰੀਦ ਕੇ ਤੇ ਐਫਸੀਆਈ ਦੀ ਝੋਲੀ ਪਾਈ ਆ, ਤੇ ਕਿਸਾਨਾਂ ਨੂੰ ਪੇਮੈਂਟ ਵੀ ਸਿੱਧੀ ਨਾਲੋਂ ਨਾਲ ਹੋ ਗਈ ਆ। ਔਰ ਕਈ ਕਿਸਾਨਾਂ ਨੂੰ ਟੀਵੀ ਸਕਰੀਨ ਤੇ ਲਿਆ ਕੇ ਦੱਸਿਆ ਜਾ ਰਿਹਾ ਸੀ, ਮੈਂ ਨੱਥਾ ਸਿੰਘ ਪੁੱਤਰ ਫਲਾਣਾ ਸਿੰਘ ਪਿੰਡ ਢਪਈਆਂ ਤੇ ਮੈਨੂੰ ਪੈਸੇ ਮਿਲ ਗਏ, ਸਿੱਧੇ ਮਿਲ ਗਏ, ਮੈਂ ਬਹੁਤ ਖੁਸ਼ ਹਾਂ। ਤੇ ਉਹ ਪ੍ਰਚਾਰ, ਸਰਕਾਰੀ ਪ੍ਰਚਾਰ ਚੱਲ ਰਿਹਾ ਸੀਗਾ। ਫਿਰ ਮੈਂ ਇੱਧਰ ਉੱਧਰ ਫੋਨ ਲਾਉਣੇ ਸ਼ੁਰੂ ਕੀਤੇ, ਤੇ ਤੁਸੀਂ ਜਾਣਦੇ ਹੋ ਕਿ ਆਪਾਂ ਸਾਰੇ ਆਪਣੇ ਲੋਕਾਂ ਦੀ ਬੈਕਗ੍ਰਾਉਂਡ ਪੇਂਡੂ ਖੇਤੀ ਨਾਲ ਜੁੜੀ ਹੋਈ ਆ। ਇੱਥੋਂ ਤੱਕ ਕਿ ਜਿਹੜੇ ਛੋਟੇ ਮੋਟੇ ਕਾਰੋਬਾਰ ਆੜਤ ਹੈ, ਮੇਰਾ ਭਰਾ ਖੁਦ ਉੱਥੇ ਆੜਤ ਦਾ ਕੰਮ ਕਰਦਾ, ਮੇਰਾ ਕਜ਼ਨ, ਤੇ ਉਹਨਾਂ ਨਾਲ ਗੱਲ ਹੋਈ ਤੇ ਪਿੰਡ ਮੇਰੇ ਕੁਝ ਦੋਸਤਾਂ ਨਾਲ ਗੱਲ ਹੋਈ। ਉਹਨਾਂ ਨੇ ਦੱਸਿਆ ਕਿ ਮਾਲਵੇ ਚੋਂ ਇਹ ਖਬਰਾਂ ਜ਼ਰੂਰ ਆ ਰਹੀਆਂ ਨੇ, ਕਿਉਂਕਿ ਉੱਥੇ ਖੇਤੀ ਜਿਹੜੀ ਥੋੜੀ ਐਡਵਾਂਸ ਹੈ, ਥੋੜੇ ਪਹਿਲਾਂ ਬੀਜੀ ਜਾਂਦੀ ਆ। ਜਾਂ ਆਪਾਂ ਵੇਖਦੇ ਹਾਂ ਕਿ ਯੂਪੀ ਹਰਿਆਣਾ ਪਹਿਲਾਂ ਕਣਕ ਵੱਢੀ ਜਾਂਦੀ ਆ, ਫਿਰ ਮਾਲਵਾ ਬੈਲਟ ਹੌਲੀ ਹੌਲੀ ਮਾਝੇ ਵਾਲੇ ਪਾਸੇ ਜਾਂਦੀ ਆ। ਉਹ ਇਲਾਕਾ ਅਸੀਂ ਮਾਝੇ ਨੂੰ ਬਿਲੋਂਗ ਕਰਦੇ ਹਾਂ, ਤੇ ਉਹ ਲੇਟ ਸਾਰਾ ਪ੍ਰੋਡਿਊਸ ਹੁੰਦਾ ਮਾਰਕੀਟ ਦੇ ਵਿੱਚ। ਤੇ ਹਾਲਾਤ ਇਹ ਬਣੇ ਪਏ ਆ ਕਿ ਮੈਨੂੰ ਮੇਰੇ ਪਿੰਡ ਦੇ ਦੋਸਤਾਂ ਨੇ ਦੱਸਿਆ ਕਿ ਅਸੀਂ ਤੇਰੇ ਭਰਾ ਨੂੰ ਵੀ ਕਾਲ ਕਰਕੇ ਕਹਿੰਦੇ ਰਹੇ ਵੀ ਹੁਣ ਕੀ ਕਰਨਾ। ਜਿਸਦਾ ਕਹਿੰਦਾ ਜੀ ਸਾਡੇ ਹੱਥ ਖੜੇ ਆ, ਤੁਸੀਂ ਜਿੱਥੇ ਤੁਹਾਡੀ ਵਿਕਦੀ ਉੱਥੇ ਵੇਚ ਲਓ। ਯਾਨੀ ਕਿ ਆੜਤੀਆਂ ਨੇ ਵੀ ਐਰਕੀ ਆਪਣਾ ਹੱਥ ਕਿਸਾਨੀ ਤੋਂ ਚੁੱਕ ਲਿਆ, ਤੇ ਉਹ ਕਹਿੰਦੇ ਕਿ ਅਸੀਂ ਜੋੜ ਤੋੜ ਕਰਕੇ ਜਿਹੜੀ ਵੱਡੀ ਭਗਤਾਵਾਂ ਵਾਲਾ ਮੰਡੀ ਅੰਮ੍ਰਿਤਸਰ ਦੀ, ਉੱਥੇ ਜਾਣ ਦੀ ਬਜਾਏ ਇੱਕ ਨੇੜੇ ਦੇ ਪਿੰਡ ਦੀ ਮੰਡੀ ਆ, ਉੱਥੇ ਹੀ ਸੁੱਟ ਆਏ ਆ ਆਪਣੀ ਜਿਣਸ। ਤੇ ਅੱਜ ਕੱਲ ਉਹ ਵੀ ਸ਼ਨਾਈ ਤੋਂ ਬਗੈਰ ਇੱਕ ਨਵਾਂ ਧੰਦਾ ਕੰਮ ਨਿਕਲਿਆ ਆ ਕਿ ਧਰਮ ਕੰਡੇ ਦੇ ਉੱਤੇ ਤੋਲੋ ਟਾਲੀ ਤੇ ਖਾਲੀ ਟਾਲੀ ਤੋਲੋ ਤੇ ਉੱਚ ਕੱਟ ਲਾ ਲੈਂਦੇ ਆ ਕੁਝ ਪਰਸੈਂਟ, ਤੇ ਉਹਨੂੰ ਕਿ ਢੇਰੀ ਸੁੱਟ ਆ ਲੈਂਦੇ ਆ। ਪਰ ਉਹ ਢੇਰੀਆਂ ਕਹਿੰਦੇ ਆ ਕਿ ਅਸੀਂ ਜਦੋਂ ਸਫ਼ਰ ਕਰਦੇ, ਮੈਨੂੰ ਦੱਸ ਰਹੇ ਸੀ ਕਿ ਅਜਨਾਲਾ ਪੂਰਾ ਤਹਿਸੀਲ ਚੋਂ ਰਮਦਾਸ ਦੇ ਏਰੀਏ 'ਚ ਜਾਂ ਇੱਥੋਂ ਸੋਈਆਂ ਮਜੀਠਾ ਜਿੱਥੇ ਜਿੱਥੇ ਵੀ ਮੰਡੀਆਂ ਨੇ, ਜਿਹੜੀਆਂ ਰੂਰਲ ਮੰਡੀਆਂ ਸੀਗੀਆਂ, ਉਹਨਾਂ ਦੇ ਵਿੱਚ ਆੜਤੀਆਂ ਦੇ ਕੋਲ ਲੋਕੀ ਸੁੱਟ ਕੇ ਆ ਗਏ ਆਪਣੀ ਕਣਕ ਇਦਾਂ ਹੀ ਉਹ ਧਰਮ ਕੰਡਿਆਂ ਤੋਂ ਤਲਾ ਕੇ, ਤੇ ਢੇਰ ਲੱਗੇ ਪਏ ਨੇ। ਬਾਰਿਸ਼ ਤੇ ਹੋ ਗਈ ਆ 2 ਵਾਰੀ, ਉਹ ਕਿੰਨੇ ਦੀ ਵਿਕਦੀ ਆ, ਨਹੀਂ ਵਿਕਦੀ, ਉਹਦਾ ਕੋਈ ਪੈਸਾ ਮਿਲਦਾ ਕਿ ਨਹੀਂ ਮਿਲਦਾ, ਇਹ ਸਾਰਾ ਕੁਝ ਜਿਹੜਾ ਜੇ ਉਹ ਬੜਾ ਮਤਲਬ ਡਾਊਟਫੁਲ ਆ। ਔਰ ਲੋਕ ਵਿਚਾਰੇ ਕਰਨ ਤੇ ਕਰਨ ਕੀ, ਉਹ ਰੱਖ ਵੀ ਨਹੀਂ ਸਕਦੇ। ਮੇਰੇ ਦੋਸਤ ਨੇ ਮੈਨੂੰ, ਉਹਨਾਂ ਨੇ ਸਾਰੀ ਗੱਲ ਦੱਸੀ। ਮੈਂ ਚਾਹ ਰਿਹਾ ਸੀ ਕਿ ਤੁਸੀਂ ਮੈਨੂੰ ਆ ਕੇ 에ਅਰ ਤੇ ਸਾਰੀ ਗੱਲ ਦੱਸੋ, ਕਹਿੰਦੇ ਮੈਂ ਦੱਸ ਨਹੀਂ ਪਾਉਂਗਾ, ਪਰ ਹਾਲਾਤ ਸਾਡੇ ਇਹ ਆ ਕਿ ਅਸੀਂ ਧਰਮ ਕੰਡੇ ਦੇ ਤੋੜ ਕੇ ਤੇ ਆੜਤੀਆਂ ਦੇ ਭਰੋਸੇ ਢੇਰੀਆਂ ਸੁੱਟ ਆਏ ਆ। ਸਾਨੂੰ ਨਹੀਂ ਪਤਾ ਉਹ ਕਦੋਂ ਵਿਕਣੀਆਂ, ਉਹਦੇ ਪੈਸੇ ਸਾਨੂੰ ਮਿਲਣੇ ਆ ਜਾਂ ਨਹੀਂ ਮਿਲਣੇ। ਆੜਤੀ ਨੇ ਤੋਂ ਡੂੜ ਕਰਨੇ ਆ ਕਿ ਕਿੱਥੇ ਜਾਣੇ ਆ। ਜਿਹੜੇ ਐਸਟੈਬਲਿਸ਼ ਆੜਤੀ ਸੀਗੇ ਪਹਿਲਾਂ ਜਿਨ੍ਹਾਂ ਕੋਲ ਜਾਂਦੇ ਸੀਗੇ, ਉਹਨਾਂ ਨੇ ਸਾਡੀ ਜਿਣਸ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਮੈਂ ਆਪਣੇ ਪਰਿਵਾਰ ਦੀ ਵੀ ਗੱਲ ਕੀਤੀ ਕਿ ਉੱਥੇ ਮੇਰਾ ਭਰਾ ਵੀ ਸ਼ਾਮਲ ਹੈ, ਉਹਨਾਂ ਨੇ ਵੀ ਉਹਨਾਂ ਦੀ ਜਿਣਸ ਚੁੱਕਣ ਤੋਂ ਮਨਾ ਕਰ ਦਿੱਤਾ, ਕਿਉਂਕਿ ਉਹ ਕਹਿੰਦੇ ਕਿ ਸਾਨੂੰ ਨਹੀਂ ਪਤਾ ਵੀ ਸਰਕਾਰ ਦੀ ਨੀਤੀ ਕੀ ਆ। ਸੋ ਇਹ ਹਾਲਾਤ ਉੱਥੇ ਬਣੇ ਪਏ ਨੇ। ਹੁਣ ਜੀ ਇਹਦੇ ਬਾਰੇ ਜਿਹੜੇ ਉੱਥੋਂ ਦੇ ਹਾਲਾਤ ਆ, ਇੱਥੋਂ ਦੂਰੋਂ ਅਸੀਂ ਜਿੱਦਾਂ ਤੁਸੀਂ ਆਪਣੇ ਬ੍ਰਦਰ ਕੋਲ ਜਾਂ ਕਦਰ ਕੋਲ ਇਨਫੋਰਮੇਸ਼ਨ ਲੈ ਲੈਂਦੇ ਆ। ਹੁਣ ਸੁਸ਼ੀਲ ਦਸਾਂਝ ਜਦੋਂ ਆਉਣਗੇ ਤਾਂ ਇਹ ਮੇਰਾ ਖਿਆਲ ਵਧੇਰੇ ਵਿਸਥਾਰ ਨਾਲ ਇਹਨਾਂ ਗੱਲਾਂ ਬਾਤਾਂ ਨੂੰ ਦੱਸ ਸਕਣਗੇ। ਉਹ ਮੈਂ ਮਹਿਸੂਸ ਕਰਦਾ ਕਿ ਹੁਣ ਆਪਾਂ ਦਰਸ਼ਕਾਂ ਨੂੰ ਸੁਣਦੀ ਲਈਏ। ਜੀ ਬਿਲਕੁਲ, ਆਪਣੇ ਕਾਲੂ ਸਾਹਿਬ ਤੇ ਕੁਝ ਮੁੱਦੇ ਜਿਹੜੇ ਰਹਿ ਗਏ ਸੀਗੇ ਉਹ ਆਪਾਂ ਚਲੋ ਸੁਸ਼ੀਲ ਨਾਲ ਵੀ ਡਿਸਕਸ ਕਰ ਰਹੇ ਹਾਂ, ਤੇ ਤੁਹਾਡੇ ਨਾਲ ਵੀ ਵੱਖਰੇ ਤੌਰ ਤੇ ਕਿਸੇ ਦਿਨ ਇਹਨਾਂ ਮੁੱਦਿਆਂ ਦੇ ਉੱਤੇ ਆਪਾਂ ਗੱਲ ਕਰਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ, ਤੇ ਦਰਸ਼ਕਾਂ ਦਾ ਵੀ ਸ਼ੁਕਰੀਆ ਕਰਦੇ ਹਾਂ। ਤੇ ਇੱਕ ਛੋਟੇ ਬ੍ਰੇਕ ਤੋਂ ਬਾਅਦ ਅਸੀਂ ਦੁਬਾਰਾ ਸੁਸ਼ੀਲ ਦਸਾਂਝ ਨਾਲ ਜੁੜਦੇ ਹਾਂ। ਪੰਜਾਬ ਤੇ ਭਾਰਤ ਦੀ ਜਿਹੜੀ ਅਪਡੇਟ ਹੈ ਖਬਰਾਂ ਦੀ, ਚਾਹੇ ਉਹ ਪੋਲਿਟਿਕਸ ਦੀ ਹੈ, ਚਾਹੇ ਆਰਥਿਕਤਾ ਦੀ ਹੈ, ਚਾਹੇ ਕਿਸਾਨ ਮੋਰਚੇ ਦੀ, ਉਹ ਸਾਰੀਆਂ ਗੱਲਾਂ ਬਾਤਾਂ ਲੈ ਕੇ ਦੁਬਾਰਾ ਅਸੀਂ ਹਾਜ਼ਰ ਹੁੰਦੇ ਹਾਂ ਜੀ। ਕਾਲੂ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਮਿਹਰਬਾਨੀ ਵੀਰ ਸਾਹਿਬ।